हाँ जी, शुरू करते हैं भी ਆਪਾਂ। ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ। ਤੇ ਬੱਚੋ ਆਪਾਂ ਪੋਲਿਟੀ ਦਾ ਸੈਸ਼ਨ ਕਰਦੇ ਹਾਂ ਸਟਾਰਟ। ਰਾਜ ਵਰਮਾ ਆਲ ਇਨ ਵਨ, ਜਸ਼ਨ ਢਿੱਲੋਂ ਸਰਪੰਚ ਸਾਹਿਬ ਪਹੁੰਚ ਚੁੱਕੇ ਆ, ਹਰਵਿੰਦਰ ਸਿੰਘ ਵੈਰੀ ਗੁੱਡ, ਨਵਜੋਤ ਕੌਰ, ਨੂਰ, ਰਮਨ, ਪੰਜੂ। ਚਲੋ ਵੀ ਬੱਚੋ, ਪਰਮ ਕੰਬੋਜ ਬਿਲਕੁਲ ਵੀ ਆਪਾਂ ਅੱਜ ਦਾ ਸੈਸ਼ਨ ਬਹੁਤ ਬਹੁਤ ਇੰਪੋਰਟੈਂਟ ਰੱਖਿਆ ਬੱਚੋ। ਇੰਪੋਰਟੈਂਟ ਇਨ ਦ ਸੈਂਸ ਕਿਵੇਂ ਹੈ, ਅੱਜ ਦੇ ਸਵਾਲ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਤੁਹਾਡਾ ਟੈਂਪਰਾਮੈਂਟ ਟੈਸਟ ਕਰਨਗੇ, ਤੁਹਾਡਾ ਟੈਂਪਰਾਮੈਂਟ ਟੈਸਟ ਕਰਨਗੇ, ਖਾਸ ਕਰਕੇ ਉਹਨਾਂ ਬੱਚਿਆਂ ਦਾ ਜਿਨ੍ਹਾਂ ਨੂੰ ਆਲਰੇਡੀ ਪੋਲਿਟੀ ਚੰਗੀ ਆਉਂਦੀ ਹੈ। ਪੋਲਿਟੀ ਚੰਗੀ ਆਉਂਦੀ ਹੈ ਪਰ ਪੇਪਰ ਦਾ ਪ੍ਰੈਸ਼ਰ ਵੱਖਰੇ ਲੈਵਲ ਦਾ ਹੁੰਦਾ ਹੈ। ਬੰਦਾ ਪੇਪਰ ਦੇ ਵਿੱਚ ਆਉਂਦੇ ਹੋਏ ਵੀ ਗਲਤ ਟਿਕ ਲਾਇਆ ਹੁੰਦਾ ਹੈ, ਕਾਹਲੀ ਦੇ ਵਿੱਚ ਵੀ ਠੀਕ ਹੈ ਮੈਨੂੰ ਆਹ ਆਪਸ਼ਨ ਵੀ ਆਉਂਦਾ ਹੈ, ਮੈਨੂੰ ਆਹ ਆਪਸ਼ਨ ਵੀ ਆਉਂਦਾ ਹੈ, ਬਟ ਉਹ ਫਟਾਫਟ ਭੜਕਾ ਦਿੰਦਾ ਹੈ ਵੀ ਬੋਥ ਆਫ ਦੀਸ ਹੈ, ਪਹਿਲਾ ਸਹੀ ਹੈ, ਦੂਜਾ ਸਹੀ ਹੈ, ਕੁਝ ਵੀ ਹੈ। ਟੈਂਪਰਾਮੈਂਟ ਦਾ ਟੈਸਟ ਹੋਊਗਾ, ਪਹਿਲਾਂ ਮੈਂ ਦੱਸੀ ਜਾਂਦਾ। ਤੇ ਦੂਜੀ ਸਭ ਤੋਂ ਵੱਡੀ ਗੱਲ ਪਤਾ ਕੀ ਹੋਣੀ ਹੈ? ਦੂਜੀ ਠੀਕ ਹੈ, ਤੇ ਦੂਜੀ ਸਭ ਤੋਂ ਵੱਡੀ ਗੱਲ ਪਤਾ ਕੀ ਹੋਣੀ ਹੈ? ਇਹਦੇ ਲੋੜ ਨਹੀਂ ਰਿਕਾਰਡਿੰਗ ਦਾ, ਠੀਕ ਹੈ। ਤੇ ਦੂਜੀ ਸਭ ਤੋਂ ਵੱਡੀ ਗੱਲ ਇਹ ਵੀ ਹੋਣੀ ਹੈ ਬੱਚੋ, ਹਾਂ ਆਪਾਂ ਸੈਸ਼ਨ ਪਰ ਮੈਂ ਵੀ ਸਭ ਨੂੰ ਮੇਰੀ ਆਵਾਜ਼ ਸਹੀ ਆ ਰਹੀ ਹੈ ਬਈ? ਸਹੀ ਹੈ ਨਾ ਸਭ ਨੂੰ ਬੱਚੋ? ਮੇਰੀ ਆਵਾਜ਼ ਸਹੀ ਆ ਰਹੀ ਹੈ ਨਾ? ਉਹ ਸਾਨੂੰ ਸਵੇਰ ਵਾਲੇ ਬੈਚ ਵਾਲਾ ਡਾਊਟ ਹੋ ਜਾਂਦਾ ਕਈ ਵਾਰ ਦਿਮਾਗ ਦੇ ਵਿੱਚ ਵੀ ਕਲਾਸ ਦੀ ਰਿਕਾਰਡਿੰਗ ਚੱਲ ਰਹੀ ਹੈ, ਰਿਕਾਰਡਿੰਗ ਚੱਲ ਰਹੀ ਹੈ, ਦਿਮਾਗ ਪੁੱਛਣਾ ਵਾ ਰਿਕਾਰਡਿੰਗ ਦਾ ਦਿਮਾਗ ਖਰਾਬ ਕੀਤਾ ਪਿਆ, ਠੀਕ ਹੈ। ਚਲੋ ਠੀਕ ਹੈ, ਹਾਂ ਆਵਾਜ਼ ਸਾਫ਼ ਹੀ ਆ ਰਹੀ ਹੈ। ਤੇ ਕੁੱਲ ਮਿਲਾ ਕੇ ਉਹ ਜੋ ਟੈਂਪਰਾਮੈਂਟ ਦਾ ਟੈਸਟ ਹੋਊਗਾ, ਦੇਖਾਂਗੇ ਫਿਰ ਤੁਸੀਂ ਅੱਜ ਕਿੰਨੇ ਕੁ ਨੰਬਰ ਸਕੋਰ ਕਰ ਸਕਦੇ ਹੋ। ਟੌਪਿਕ ਬੱਚਾ ਆਪਣਾ ਸੀਗਾ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਤੇ ਗਵਰਨਰ। ਸਵਾਲ ਬੜੇ ਪਿਆਰੇ ਹੋਣਗੇ, ਵਧੀਆ ਸਵਾਲ ਹੋਣਗੇ, ਤਾਂ ਤੁਹਾਡੇ ਸਾਹਮਣੇ ਫਿਰ ਪੇਸ਼ ਕਰਨ ਜਾ ਰਹੇ ਹਾਂ। ਲਓ ਵੀ ਨੌਜਵਾਨ ਦਿਲਾਂ ਦੀ ਧੜਕਣ ਪੇਸ਼ ਕਰਨ ਜਾ ਰਹੇ ਹਾਂ। ਪਹਿਲਾ ਸਵਾਲ ਆ ਗਿਆ, ਪਹਿਲਾ ਸਵਾਲ ਆ ਬੱਚੋ ਵਾਈਸ ਪ੍ਰੈਜ਼ੀਡੈਂਟ ਦੇ ਨਾਲ ਸੰਬੰਧਿਤ ਹੈ। ਅੱਜ ਮੈਂ ਤੁਹਾਨੂੰ ਥੋੜਾ ਜਿਹਾ ਟਾਈਮ ਵੀ ਦਿਆ ਕਰੂੰਗਾ 8-10 ਸੈਕਿੰਡ ਦਾ, ਵੀ ਤੁਸੀਂ ਪ੍ਰੋਪਰ ਤਰੀਕੇ ਨਾਲ ਬੱਚੋ ਸਵਾਲ ਨੂੰ ਸੋਲਵ ਕਰੋ, ਤੁਸੀਂ ਪ੍ਰੋਪਰ ਤਰੀਕੇ ਨਾਲ ਸਵਾਲ ਨੂੰ ਸੋਲਵ ਕਰੋ, ਠੀਕ ਹੈ। ਚਲੋ ਫਿਰ ਦੱਸੋ ਫਿਰ ਪਹਿਲੇ ਸਵਾਲ ਦਾ ਕੀ ਜਵਾਬ ਆਊਗਾ ਬੱਚੋ? ਪਹਿਲੇ ਸਵਾਲ ਦਾ ਕੀ ਜਵਾਬ ਆਊਗਾ? ਪਹਿਲੇ ਸਵਾਲ ਦਾ ਕੀ ਜਵਾਬ ਆਊਗਾ ਦੇਖਦੇ ਹਾਂ। ਪਹਿਲੇ ਸਵਾਲ ਦਾ ਕੀ ਜਵਾਬ ਆਉਣ ਜਾ ਰਿਹਾ ਹੈ? ਹਾਂਜੀ ਹਾਂਜੀ, ਗੁੱਡ ਈਵਨਿੰਗ ਹੈ, ਗੁੱਡ ਈਵਨਿੰਗ ਹੈ, ਗੁੱਡ ਈਵਨਿੰਗ ਹੈ ਬਈ। ਪਹਿਲੇ ਸਵਾਲ ਦਾ ਬੱਚੋ ਤੁਹਾਡੇ ਸਾਹਮਣੇ ਜਵਾਬ ਦਿਓ, ਪਹਿਲੇ ਸਵਾਲ ਜਵਾਬ ਦਿਓ। ਆ ਦੇਖੋ ਕਮੈਂਟ ਉੱਥੇ ਖੜੇ ਜੇ, ਕੋਈ ਚੱਕਰ ਵਾਲੀ ਗੱਲ ਨਹੀਂ। ਹਾਂ ਹੋ ਗਿਆ ਸੈੱਟ, ਚਲੋ ਵੀ ਠੀਕ ਹੈ। ਹਾਂ ਮੇਰੇ ਕੋਲ ਹੁਣ ਕਮੈਂਟ ਸ਼ੋ ਹੋਣ ਲੱਗਿਆ, ਠੀਕ ਹੈ। ਆਹੀ ਚੀਜ਼ ਹੋਣੀ ਹੈ ਆਪਣੇ ਬੱਚੋ ਅੱਜ। ਅੱਜ ਸਭ ਤੋਂ ਵੱਡੀ ਗੱਲ ਪਤਾ ਕੀ ਹੋਣੀ ਹੈ? ਸਾਰਿਆਂ ਦੇ ਆਨਸਰ ਦੇ ਵਿੱਚ ਵੇਰੀਏਸ਼ਨ ਹੋਣੀ ਹੈ। ਕੋਈ ਏ ਕਹੂਗਾ, ਕੋਈ ਬੀ, ਕੋਈ ਸੀ, ਕੋਈ ਡੀ। ਅੱਜ ਭੇਡ ਚਾਲ ਵੀ ਨਹੀਂ ਚੱਲਣੀ ਆਪਣੀ। ਅੱਜ ਤੁਹਾਨੂੰ ਸਾਰਿਆਂ ਨੂੰ ਆਪੋ ਆਪਣਾ ਦਿਮਾਗ ਲਾਉਣਾ ਪਊਗਾ। ਸ਼ਿਲਪਾ ਗੋਇਲ ਟੂ ਓਲੀ ਸਰ ਸ਼ੈਡੋ ਪੈ ਰਹੀ ਹੈ, ਠੀਕ ਹੈ। ਸ਼ੈਡੋ ਪੈ ਰਹੀ ਹੈ, ਸ਼ੈਡੋ ਪੈ ਰਹੀ ਹੈ, ਦੇਖਿਓ ਮਾੜਾ ਸ਼ੈਡੋ ਪੈ ਰਹੀ ਹੈ ਕਹਿੰਦੇ। ਕੋਈ ਚੱਕਰ ਵਾਲੀ ਗੱਲ ਨਹੀਂ, ਹਟਾ ਦਿੰਦੇ ਆ। ਅੱਜ ਸਵਾਲ ਹੀ ਇਹੋ ਜਿਹੇ ਹੈ, ਅੱਜ ਤੁਹਾਨੂੰ ਧੁੰਦਲਾ ਧੁੰਦਲਾ ਦਿਸੂਗਾ, ਠੀਕ ਹੈ। ਚੱਕੋ ਵੀ ਕਿਉਂ ਹੋ ਗਈ ਨਾ ਗੱਲ ਉਹੀ ABC 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 ਹੋਣ ਲੱਗ ਗਈ। ਹੁਣ ਦੇਖਣਾ ਟੈਂਪਰਾਮੈਂਟ ਚੈੱਕ ਕਿਵੇਂ ਹੋਊਗਾ। ਪਹਿਲੀ ਗੱਲ ਤਾਂ ਬੱਚੋ ਇੱਥੇ ਗੱਲ ਹੋ ਰਹੀ ਆ ਵਾਈਸ ਪ੍ਰੈਜ਼ੀਡੈਂਟ ਦੀ। ਜਿਹੜੇ ਆਪਾਂ ਆਮ ਪੇਪਰ ਦੇਣੇ ਆ ਨਾ, ਉਹਦੇ ਮੋਟੇ ਤੌਰ ਤੇ 10-15 ਆਰਟੀਕਲ ਤਾਂ ਹਰ ਸਮੇਂ ਦਿਮਾਗ 'ਚ ਫਿੱਟ ਰੱਖਿਆ ਕਰੋ। ਰੋਟੀ ਖਾਂਦੇ ਪੀਂਦੇ ਬੈਠਣ ਉੱਠਣ ਲੱਗੇ ਉਹ ਆਰਟੀਕਲ ਹਮੇਸ਼ਾ ਬੋਲਦੇ ਰਿਹਾ ਕਰੋ ਵੀ ਰਾਸ਼ਟਰਪਤੀ ਕਿਹੜੇ ਆਰਟੀਕਲ 'ਚ ਹੈ? 52 ਦੇ ਵਿੱਚ ਹੈ। ਵਾਈਸ ਪ੍ਰੈਜ਼ੀਡੈਂਟ ਕਿਹੜੇ ਆਰਟੀਕਲ ਦੇ ਵਿੱਚ ਹੈ? ਆਰਟੀਕਲ ਨੰਬਰ 63 ਦੇ ਵਿੱਚ ਹੈ। ਆਰਟੀਕਲ ਨੰਬਰ 63 ਚ ਕੀ ਹੈ? ਵਾਈਸ ਪ੍ਰੈਜ਼ੀਡੈਂਟ। ਮਤਲਬ ਘਰੇ ਨਿਕਨੇਮ ਜੇ ਰੱਖ ਲਓ ਵੀ ਪਾਪਾ ਆਪਣਾ ਪ੍ਰੈਜ਼ੀਡੈਂਟ ਹੈ, ਆਰਟੀਕਲ ਨੰਬਰ 52 ਚ ਹੈ। ਜਿਵੇਂ ਆਪਾਂ ਰੋਲ ਨੰਬਰ ਯਾਦ ਕਰਦੇ ਹੁੰਦੇ ਸੀ ਬਚਪਨ ਦੇ ਵਿੱਚ ਵੀ ਆਪਣਾ ਦਾਦਾ ਆਪਣਾ ਵਾਈਸ ਪ੍ਰੈਜ਼ੀਡੈਂਟ ਹੈ, ਆਰਟੀਕਲ ਨੰਬਰ 63 ਦੇ ਵਿੱਚ ਹੈ। ਪ੍ਰਧਾਨ ਮੰਤਰੀ ਆਪਣੀ ਬੇਬੇ ਹੈ, ਆਰਟੀਕਲ ਨੰਬਰ 75 ਦੇ ਵਿੱਚ ਹੈ। 76 ਚ ਅਟਾਰਨੀ ਜਨਰਲ ਹੈ ਵੀ ਕਿਹੜੇ ਆਰਟੀਕਲ ਚ ਹੈ। ਆਪਣਾ ਗਵਰਨਰ 153 ਦੇ ਵਿੱਚ ਹੈ, CM 164 ਦੇ ਵਿੱਚ ਹੈ। 10-15 ਮੋਟੇ ਮੋਟੇ ਆਰਟੀਕਲ ਦਿਮਾਗ 'ਚ ਫਿੱਟ ਰੱਖਿਆ ਕਰੋ, ਠੀਕ ਹੈ। ਦੇਖੋ ਪੇਪਰ ਦੇ ਸਵਾਲ ਕੀ ਬਣਦਾ ਹੈ? ਰਾਸ਼ਟਰਪਤੀ ਨੂੰ ਚੁਣਨ ਦਾ ਤੇ ਵਾਈਸ ਪ੍ਰੈਜ਼ੀਡੈਂਟ ਨੂੰ ਚੁਣਨ ਦਾ। ਇਹਦੇ ਵਿੱਚੋਂ ਤੁਹਾਨੂੰ ਘੁਮਾ ਫਰਾ ਕੇ ਉਲਝਾਉਣਗੇ ਤੇ ਅੱਜ ਦੇ ਸੈਸ਼ਨ ਤੋਂ ਬਾਅਦ ਸਾਰੀ ਉਮਰ ਤੁਸੀਂ ਬੱਚੋ ਧਿਆਨ ਨਾਲ ਸੁਣ ਲਓਗੇ, ਇਹ ਸਵਾਲ ਗਲਤ ਨਹੀਂ ਕਰੋਗੇ। ਇਹ ਗੱਲ ਦੀ ਪੱਕਾ ਪ੍ਰੋਮਿਸ ਹੈ, ਠੀਕ ਹੈ। ਹੁਣ ਧਿਆਨ ਦਿੰਨੇ ਆਪਾਂ। ਪਹਿਲਾਂ ਮੇਰੇ ਕੋਲ ਸਾਰੇ ਧਿਆਨ ਦਿਓ ਵੀ ਵਾਈਸ ਪ੍ਰੈਜ਼ੀਡੈਂਟ ਤੇ ਪ੍ਰੈਜ਼ੀਡੈਂਟ ਨੂੰ ਚੁਣਦਾ ਕੌਣ ਹੈ? ਵਾਈਸ ਪ੍ਰੈਜ਼ੀਡੈਂਟ ਤੇ ਪ੍ਰੈਜ਼ੀਡੈਂਟ ਨੂੰ ਚੁਣਦਾ ਕੌਣ ਹੈ? ਇੱਕ ਪਾਸੇ ਬੱਚੋ ਮੈਂ ਵਿੱਚ ਪਾ ਰਿਹਾ ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ ਹਮੇਸ਼ਾ ਸ਼ਾਰਟ ਚ ਹੀ ਪਾਇਆ ਕਰੂੰਗਾ, ਠੀਕ ਹੈ। ਦੂਜੇ ਪਾਸੇ ਬੱਚੋ ਆਪਣਾ ਆ ਗਿਆ ਵਾਈਸ ਪ੍ਰੈਜ਼ੀਡੈਂਟ। ਵਾਈਸ ਪ੍ਰੈਜ਼ੀਡੈਂਟ, ਪ੍ਰੈਜ਼ੀਡੈਂਟ ਨੂੰ ਬੱਚੋ ਕੌਣ ਚੁਣਦੇ ਆ? MPs ਤੇ MLAs। ਬਹੁਤ ਧਿਆਨ ਨਾਲ ਸੁਣਨਾ, MPs ਤੇ MLAs। ਬਟ ਖਾਸ ਗੱਲ ਕੀ ਹੈ ਬੱਚੋ? ਨਾਲ ਇਲੈਕਟਡ ਹੋਣ, ਇਲੈਕਟਡ। ਯਾਦ ਆ ਨਾ, ਮੈਂ ਤੁਹਾਨੂੰ ਦੱਸਿਆ ਹੋਇਆ ਵੀ ਵਾਈਸ ਪ੍ਰੈਜ਼ੀਡੈਂਟ ਨੂੰ ਕੌਣ ਚੁਣਦਾ। ਦੇਖਦੇ ਆਪਾਂ
ਪ੍ਰੈਜ਼ੀਡੈਂਟ ਨੂੰ ਕੌਣ ਚੁਣਦਾ ਹੈ? ਐਮਪੀਸ ਤੇ ਐਮਐਲਏਸ। ਪਰ ਇਲੈਕਟਡ ਹੋਣ, ਮੈਂ ਤੁਹਾਨੂੰ ਕੀ ਦੱਸਿਆ ਵਾ ਵੀ ਰਾਜ ਸਭਾ ਦੇ ਵਿੱਚ 12 ਬੰਦੇ ਨੋਮੀਨੇਟ ਕਰਦਾ ਰਾਸ਼ਟਰਪਤੀ। ਇਹਦਾ ਮਤਲਬ ਉਹ ਪਾਰਟਿਸਿਪੇਟ ਨਹੀਂ ਕਰਦੇ। ਜਿਹੜੇ ਬੰਦੇ ਆਪਾਂ ਚੁਣ ਕੇ ਭੇਜਦੇ ਆ ਮਤਲਬ ਐਮਐਲਏ ਵਾਲਾ ਐਮਪੀ, ਉਹ ਪਾਰਟਿਸਿਪੇਟ ਕਰਦੇ ਆ। ਤੇ ਬੱਚੋ ਇੱਥੇ ਐਮਪੀਸ ਦਾ ਮਤਲਬ ਦੋਨੇ ਹਾਊਸ ਹੀ ਹੁੰਦੇ ਆ, ਠੀਕ ਹੈ। ਹੁਣ ਵਾਈਸ ਪ੍ਰੈਜ਼ੀਡੈਂਟ ਨੂੰ ਕੌਣ ਚੁਣਦਾ ਬੱਚੋ? ਓਨਲੀ ਚੁਣਦੇ ਆ ਐਮਪੀਸ। ਐਮਪੀਸ ਵੀ ਕਿਹੜੇ? ਆਲ ਮਤਲਬ ਦੋਨੇ ਹਾਊਸ, ਰਾਜ ਸਭਾ ਐਂਡ ਲੋਕ ਸਭਾ ਦੇ ਸਾਰੇ ਮੈਂਬਰ ਚੁਣਦੇ ਆ। ਇਹਦਾ ਮਤਲਬ ਵਿੱਚ ਹੀ ਨੋਮੀਨੇਟਡ ਹੁੰਦੇ ਆ। ਆਹ ਡਿਫਰੈਂਸ, ਆਹ ਚਾਰਟ ਹੁਣੀ ਬਣਾ ਕੇ ਰੱਖ ਲਓ, ਅਗਲੇ ਅੱਧਾ ਘੰਟਾ ਆਪਣੇ ਕੰਮ ਆਊਗਾ। ਤੇ ਨਹੀਂ ਸਮਝ ਆਉਂਦਾ ਮੈਂ ਦੁਬਾਰੇ ਦੱਸ ਦਿੰਦਾ ਮੈਂ ਕੀ ਲਿਖਿਆ ਹੈ। ਪ੍ਰੈਜ਼ੀਡੈਂਟ ਨੂੰ ਕੌਣ ਚੁਣਦਾ ਬੱਚੋ? ਐਮਪੀਸ ਤੇ ਐਮਐਲਏ ਚੁਣਦੇ ਆ, ਪਰ ਕੱਲੇ ਇਲੈਕਟਡ ਹੋਣੇ ਚਾਹੀਦੇ ਹੈ। ਵਾਈਸ ਪ੍ਰੈਜ਼ੀਡੈਂਟ ਨੂੰ ਕੌਣ ਚੁਣਦਾ ਹੈ? ਕੱਲੇ ਐਮਪੀਸ। ਇੱਥੇ ਐਮਐਲਏ ਦਾ ਕੋਈ ਰੋਲ ਨਹੀਂ ਹੁੰਦਾ, ਤਾਂ ਦੋਨੇ ਹਾਊਸ ਦੇ ਸਾਰੇ ਮੈਂਬਰ ਹੁੰਦੇ ਆ, ਠੀਕ ਹੈ। ਹਾਂ, ਵੈਰੀ ਗੁੱਡ। ਲੈਵਰ ਹੁਣ ਸਵਾਲ ਤੇ ਆ ਗਿਆ ਮੈਂ ਵਾਪਸ। ਹੁਣ ਦੇਖੋ ਫਿਰ ਪਹਿਲਾ ਆਪਸ਼ਨ ਬੱਚਾ ਆਪਾਂ ਨੂੰ ਕੀ ਕਹਿੰਦਾ ਹੈ? ਕਹਿੰਦੇ ਇਲੈਕਟੋਰਲ ਕਾਲਜ ਕੰਸਿਸਟ ਆਫ ਆਲ ਮੈਂਬਰਸ ਆਫ ਰਾਜ ਸਭਾ। ਕੀ ਬੱਚੋ ਇਹ ਸਟੇਟਮੈਂਟ ਸਹੀ ਹੈ? ਅੱਜ ਤੁਹਾਨੂੰ ਮੈਂ ਸਾਰੇ ਸਵਾਲ ਸੋਲਵ ਹੀ ਕਰਵਾਉਂਗਾ। ਕੀ ਇਹ ਸਟੇਟਮੈਂਟ ਸਹੀ ਹੈ? ਆਪਾਂ ਟਕਲਾਵਾਂਗੇ ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਕਿਉਂ? ਤੁਸੀਂ ਸੋਚਦੇ ਹੋਵੋਗੇ ਵੀ ਸਰ ਨਾਲ ਲੋਕ ਸਭਾ ਤਾਂ ਆਇਆ ਨਹੀਂ ਗਿਆ, ਵੀ ਨਾਲ ਲੋਕ ਸਭਾ ਤਾਂ ਆਇਆ ਨਹੀਂ ਸਟੇਟਮੈਂਟ, ਪਰ ਫੇਰ ਵੀ ਸਹੀ ਹੈ। ਕਿਉਂ ਸਹੀ ਹੈ? ਕਿਉਂਕਿ ਇੱਥੇ ਕਿਹੜਾ ਆਪਾਂ ਨੂੰ ਓਨਲੀ ਪਾਇਆ, ਇਹਨਾਂ ਨੇ ਤਾਂ ਐਂ ਕਿਹਾ ਵੀ ਕੀ ਰਾਜ ਸਭਾ ਦੇ ਸਾਰੇ ਬੰਦੇ ਪਾਰਟਿਸਿਪੇਟ ਕਰਦੇ ਆ? ਬਿਲਕੁਲ ਕਰਦੇ ਆ ਬਈ, ਤਾਂ ਆਪਾਂ ਮੰਨ ਲਿਆ ਵੀ ਪਹਿਲਾਂ ਸਹੀ ਹੈ। ਜੇ ਓਨਲੀ ਹੁੰਦਾ ਫਿਰ ਕੰਮ ਗਲਤ ਹੋ ਜਾਂਦਾ। ਦੂਜਾ ਕਹਿੰਦੇ ਜਿਹੜੇ ਨੋਮੀਨੇਟਡ ਮੈਂਬਰ ਆ ਦੋਨੇ ਹਾਊਸਾਂ ਦੇ, ਕਹਿੰਦੇ ਉਹ ਵੀ ਪਾਰਟਿਸਿਪੇਟ ਕਰਦੇ ਆ, ਜਮਾ ਸਹੀ ਹੈ। ਇਹਦਾ ਮਤਲਬ ਦੋਨੇ ਸਹੀ ਹੈ। ਬਟ ਮੈਂ ਤੁਹਾਨੂੰ ਕੀ ਕਿਹਾ ਵੀ ਅੱਜ ਟੈਂਪਰਾਮੈਂਟ ਦਾ ਟੈਸਟ ਹੈ। ਇੱਥੇ ਪੁੱਛਿਆ ਕੀ ਹੈ ਵੀ ਗਲਤ ਕਿਹੜੇ ਹੈ। ਹੋ ਗਿਆ ਟੈਂਪੂ ਟੇਡਾ, ਪਹਿਲੇ ਸਵਾਲ ਸੀ ਕਹਿੰਦੇ ਗਲਤ ਕਿਹੜੇ ਹੈ, ਤਾਂ ਹੁਣ ਗਲਤ ਤਾਂ ਕੋਈ ਵੀ ਨਹੀਂ, ਦੋਨੇ ਸਹੀ ਹੈ। ਤਾਂ ਆਂਸਰ ਆ ਗਿਆ ਡੀ। ਤਾਂ ਆਂਸਰ ਕੀ ਆ ਗਿਆ? ਡੀ ਆ ਗਿਆ। ਮੈਂ ਫਿਰ ਕਹਿ ਰਿਹਾ ਪਹਿਲੇ ਸਵਾਲ ਨਹੀਂ, ਮੇਰੇ ਹਿਸਾਬ ਨਾਲ ਆਪਣੀਆਂ ਅੱਖਾਂ ਖੋਲਤੀਆਂ ਹੋਣਗੀਆਂ ਵੀ ਆਪਾਂ ਨੂੰ ਸਵਾਲ ਆਉਣ ਦੇ ਬਾਵਜੂਦ ਵੀ ਤੁਹਾਡੇ ਚੋਂ 50% ਬੱਚਾ ਪਾਰਟੀ ਨੇ ਗਲਤ ਟਿਕ ਲਾਤਾ ਹੋਊਗਾ। ਇਹ ਟੈਸਟ ਹੋਣਾ ਆਪਣਾ, ਤੇ ਪੇਪਰ ਦੇ ਵਿੱਚ ਸਵਾਲ ਐਸੇ ਹੀ ਮਿਲਣੇ ਆ। ਤਾਂ ਇਦੋਂ ਵਧੀਆ ਪ੍ਰੈਕਟਿਸ ਆਪਾਂ ਹੋਰ ਕਿੱਥੇ ਕਰ ਸਕਦੇ ਹਾਂ? ਅੱਜ ਸਮਝ ਲਓ ਆਪਾਂ ਪੇਪਰ ਦੀ ਪ੍ਰੈਕਟਿਸ ਕਰਨੀ ਹੈ, ਠੀਕ ਹੈ। ਆ ਦੇਖੋ ਸਾਰੇ ਸੀ ਭੜਕਾਤਾ, ਪਰ ਪੁੱਛਿਆ ਕੀ ਹੈ? ਇਨਕਰੈਕਟ। ਆਂਸਰ ਕੀ ਬਣ ਗਿਆ? ਡੀ ਬਣ ਗਿਆ। ਵੈਰੀ ਗੁੱਡ। ਤਾਂ ਕਹਿਣਾ ਅੱਜ ਦਾ ਸਵਾਲ ਏ ਕਲਾਸ ਆ, ਪੂਰੇ ਏ ਕਲਾਸ ਜਮਾ ਸੋਡੇ ਵਰਗੇ ਸਵਾਲ ਹੈ। ਆ ਤਾਂ ਸੌਖਾ ਸਵਾਲ ਹੈ। ਕਹਿੰਦੇ ਵੱਧੋ ਵੱਧ ਤੇ ਘੱਟੋ ਘੱਟ ਏਜ ਰਾਸ਼ਟਰਪਤੀ ਦੇ ਆਫਿਸ ਵਾਸਤੇ ਕਿੰਨੀ ਹੋਣੀ ਚਾਹੀਦੀ ਹੈ? ਵੱਧੋ ਵੱਧ ਤੇ ਘੱਟੋ ਘੱਟ, ਬਸ ਅੱਜ ਤਾਂ ਹੀ ਕੰਮ ਹੋਣਾ, ਉਹੋ ਹੀ ਹੋਣੀ ਹੈ। ਅੱਜ ਸਵਾਲ ਬੈਸਟ ਹੋਣੇ ਹੈ। ਹਾਂ, ਲਖਵਿੰਦਰ, ਮਨਜੀਤ, ਪਰਮ ਕੰਬੋਜ, ਅੱਕੀ ਕਹਿੰਦੀ ਉਹ ਨੋ ਅੱਕੀ। ਚਲੋ ਵੀ ਤਾਂ ਮਿਨੀਮਮ ਤੇ ਮੈਕਸਿਮਮ ਏਜ ਸਭ ਨੂੰ ਪਤਾ ਹੋ ਬੱਚੋ, ਸਿੰਪਲ ਜੀ ਗੱਲ ਹੈ। ਰਾਸ਼ਟਰਪਤੀ ਬਣਨ ਵਾਸਤੇ ਆਪਾਂ ਨੂੰ ਕਿੰਨੀ ਉਮਰ ਚਾਹੀਦੀ ਹੈ? 35 ਸਾਲ ਦੀ ਉਮਰ ਚਾਹੀਦੀ ਹੈ, ਇਹ ਘੱਟੋ ਘੱਟ ਹੈ। ਵਾਈਸ ਪ੍ਰੈਜ਼ੀਡੈਂਟ ਬਣਨ ਵਾਸਤੇ ਕਿੰਨੀ ਚਾਹੀਦੀ ਹੈ? 35 ਸਾਲ ਦੀ ਉਮਰ ਚਾਹੀਦੀ ਹੈ। ਗਵਰਨਰ ਬਣਨ ਵਾਸਤੇ ਕਿੰਨੀ ਉਮਰ ਚਾਹੀਦੀ ਹੈ? 35 ਸਾਲ ਦੀ ਉਮਰ ਚਾਹੀਦੀ ਹੈ। ਚੱਕੋ ਕੰਮ ਹੀ ਨਿਬੜ ਗਿਆ, ਤਿੰਨੇ 35 ਹੈ। ਪ੍ਰੈਜ਼ੀਡੈਂਟ ਵਾਸਤੇ 35 ਹੈ, ਵਾਈਸ ਪ੍ਰੈਜ਼ੀਡੈਂਟ ਵਾਸਤੇ 35 ਹੈ, ਤੇ ਗਵਰਨਰ ਵਾਸਤੇ 35 ਹੈ। ਹੁਣ ਲੱਗਦੇ ਹੱਥ ਨਾਲ ਹੋਰ 2-4 ਪਾਈ ਦਿੰਨਾ। ਇਮੋਸ਼ਨ ਦੀ ਗੱਲ ਹੁੰਦੀ ਹੈ, ਜਦੋਂ ਇਮੋਸ਼ਨ ਬਣ ਜਾਏ ਫਿਰ ਜੱਟ ਰੁਕਦਾ। ਰਾਜ ਸਭਾ ਦੀ ਉਮਰ ਚਾਹੀਦੀ ਹੈ 30 ਸਾਲ, ਰਾਜ ਸਭਾ ਦੀ ਉਮਰ ਚਾਹੀਦੀ ਹੈ 30 ਸਾਲ। ਲੋਕ ਸਭਾ ਦੇ ਮੈਂਬਰ ਬਣਨ ਵਾਸਤੇ ਉਮਰ ਚਾਹੀਦੀ ਹੈ 25 ਸਾਲ। ਐਮਐਲਏ ਬਣਨ ਵਾਸਤੇ ਵੀ ਆਪਾਂ ਨੂੰ ਉਮਰ ਚਾਹੀਦੀ ਹੈ 25 ਸਾਲ। ਪੰਚਾਇਤ ਮੈਂਬਰ ਬਣਨ ਵਾਸਤੇ ਚਾਹੀਦੀ ਹੈ 21 ਸਾਲ। ਪੰਚਾਇਤ ਮੈਂਬਰ ਬਣਨ ਵਾਸਤੇ ਚਾਹੀਦੀ ਹੈ 21 ਸਾਲ। ਤੇ ਹੋਰ ਦੇਖੋ ਆਹ ਤੁਹਾਨੂੰ ਮੈਂ ਜਿੰਨੀਆਂ ਵੀ ਉਮਰਾਂ ਪਵਾਈਆਂ, ਪ੍ਰੈਜ਼ੀਡੈਂਟ ਦੀ 35 ਹੈ, ਵਾਈਸ ਪ੍ਰੈਜ਼ੀਡੈਂਟ ਦੀ 35 ਹੈ, ਗਵਰਨਰ ਦੀ 35 ਹੈ, ਰਾਜ ਸਭਾ ਦੇ ਮੈਂਬਰ ਦੀ 30 ਹੈ, ਲੋਕ ਸਭਾ ਦੀ 25 ਹੈ, ਐਮਐਲਏ ਦੀ 25 ਹੈ, ਪੰਚਾਇਤ ਮੈਂਬਰ ਦੀ 21 ਹੈ। ਇਹ ਸਾਰੀਆਂ ਘੱਟੋ ਘੱਟ ਹੁੰਦੀਆਂ, ਮਿਨੀਮਮ ਹੁੰਦੀਆਂ, ਮਿਨੀਮਮ। ਇਹਨਾਂ ਬੰਦਿਆਂ ਦੀ ਕੋਈ ਹਿੰਦੁਸਤਾਨ ਦੇ ਵਿੱਚ ਮੈਕਸਿਮਮ ਏਜ ਨਹੀਂ ਹੁੰਦੀ, ਸਮਝ ਗਏ? ਕੋਈ ਮੈਕਸਿਮਮ ਏਜ ਨਹੀਂ ਹੁੰਦੀ। ਬੇਸ਼ੱਕ ਦੀ ਆਪਾਂ 100 ਸਾਲ ਦੇ ਬੁੜੇ ਨੂੰ ਬਣਾ ਦਈਏ। ਐਮਐਲਏ ਹੁਣ ਦੇਖੋ ਬਾਦਲ ਹਲੇ ਤੱਕ ਉੱਠੀ ਜਾਂਦੇ, 95 ਸਾਲ ਦੀ ਉਮਰ ਹੈ। ਕਿਉਂ ਬਈ? ਅਗਲਾ ਉੱਠੂਗਾ, ਸੰਵਿਧਾਨ ਚ ਜਦੋਂ ਲਿਖਿਆ ਹੀ ਨਹੀਂ। ਆਪਾਂ ਰਾਸ਼ਟਰਪਤੀ ਬਣਾਉਣੀ, ਜਿਹੜਾ ਬੰਦਾ ਪੂਰਾ ਘਸ ਜਾਂਦਾ, ਬੁੜਾ ਹੋ ਜਾਂਦਾ। ਹਿੰਦੁਸਤਾਨ ਦੀਆਂ ਸਾਰੀਆਂ ਪੋਸਟਾਂ ਮਿਲਦੀਆਂ ਬੁੜਿਆਂ ਨੂੰ ਹੈ, ਇਹ ਹਿੰਦੁਸਤਾਨ ਦਾ ਦਸਤੂਰ ਹੈ। ਉਹ ਗੱਲ ਵੱਖਰੀ ਹੈ ਵੀ ਬਾਇਓਲੋਜੀ ਕੀ ਕਹਿੰਦੀ ਹੈ ਵੀ ਦਿਮਾਗ ਬੰਦੇ ਦਾ ਹੱਦ ਕਿਸੇ ਉਮਰ ਤੱਕ ਹੀ ਕੰਮ ਕਰਦਾ ਹੈ। ਤੇ ਉਹ ਮੰਨੀ ਬੈਠੇ ਆਪਾਂ 60 ਸਾਲ, ਤੇ ਆਪਾਂ ਅਹੁਦੇ ਸੰਭਾਉਣੇ ਕਦੋਂ ਹੈ? ਜਦੋਂ 70 ਦੇ ਹੋ ਜਾਂਦੇ ਆ, ਤੇ ਆਪਾਂ ਤਰੱਕੀ ਭਾਲਦੇ ਹਾਂ। ਸੋਚਣ ਵਾਲੀ ਗੱਲ ਆ ਬਈ, ਤਰੱਕੀ ਕਿੱਥੋਂ ਮਿਲ ਜੂ ਆਪਾਂ ਨੂੰ? ਹੁਣ ਇੱਧਰ ਵਾਪਸ ਆਉਣੇ ਆ। ਆ ਦੇਖੋ
ਮਿਨੀਮਮ ਕਿੰਨੀ ਹੈ 35 ਸਾਲ ਤੇ ਮੈਕਸਿਮਮ ਦੀ ਬੱਚੋ ਕੋਈ ਲਿਮਿਟ ਨਹੀਂ। ਬੇਸ਼ੱਕ ਦੀ ਆਪਾਂ 100 ਸਾਲ ਦੇ ਬੁੜੇ ਨੂੰ ਬਣਾ ਦਈਏ, ਉਹ ਬੁੜੇ ਨੂੰ ਚੱਕੀ ਫਿਰਨਗੇ ਬਸ ਵੀ ਆਹ ਬੁੜਾ ਆਪਣਾ ਕੀ ਹੈ ਰਾਸ਼ਟਰਪਤੀ ਹੈ, ਉਹਨੂੰ ਬਸ ਬਿਠਾਉਣ ਦੇ ਗੱਦੀ ਤੇ, ਬਿਠਾਉਂਦੇ ਨਹੀਂ ਉਹਨੂੰ ਗੱਦੀ ਤੇ ਪਾ ਆਉਂਦੇ ਆ। ਰਾਸ਼ਟਰਪਤੀ ਨੂੰ ਗੱਦੀ ਤੇ ਬਿਠਾਇਆ ਨਹੀਂ ਜਾਂਦਾ, ਗੱਦੀ ਤੇ ਪਾਇਆ ਜਾਂਦਾ ਹੈ। ਅੱਗੇ ਆਪਾਂ ਸਮਝਾਂ ਕਿਉਂ, ਪਾਵਰ ਤਾਂ ਹੁੰਦੀ ਨਹੀਂ, ਜਿੱਥੇ ਪਾਵਰ ਹੁੰਦੀ ਹੈ ਉਹ ਵੀ ਆਪਾਂ ਮਾੜਾ ਮੋਟਾ ਦੇਖ ਲਾਂਗੇ। ਸਮਝੋ ਮੇਰੀ ਗੱਲ, ਹਾਂ ਸਮਝੋ ਗੱਲ। ਇੱਕ ਚੀਜ਼ ਹੋਰ ਦੇਖੋ, ਜੇ ਪੁੱਛਿਆ ਹਿੰਦੁਸਤਾਨ ਚ ਰਾਸ਼ਟਰਪਤੀ ਬੰਦਾ ਕਿੰਨੇ ਵਾਰ ਬਣ ਸਕਦਾ ਹੈ, ਇਹ ਕਿਹੜਾ ਅਮਰੀਕਾ ਹੈ ਵੀ ਆਪਾਂ 2 ਵਾਰ ਟਿਕ ਲਾਵਾਂਗੇ ਤਾਂ ਨਾ ਹੀ ਲਾਉਣਾ, ਆਪਾਂ ਕਿੰਨੇ ਵਾਰ ਮਰਜ਼ੀ ਬਣ ਜੇ, ਉਹਦੀ ਵੀ ਕੋਈ ਲਿਮਟ ਨਹੀਂ। ਇਹ ਆਪਾਂ ਬੱਚੋ ਯਾਦ ਰੱਖਣਾ ਹੈ। ਰਾਸ਼ਟਰਪਤੀ ਬੰਦਾ ਕਿੰਨੇ ਵਾਰ ਮਰਜ਼ੀ ਬਣ ਜੇ, ਕੋਈ ਲਿਮਟ ਨਹੀਂ, ਕੋਈ ਲਿਮਟ ਨਹੀਂ, ਇਹ ਵੀ ਯਾਦ ਰੱਖਣੀ ਹੈ। ਠੀਕ ਹੈ, ਵੈਰੀ ਗੁੱਡ। ਚਲੋ ਵੀ ਸਵਾਲ ਨੰਬਰ ਤੀਜਾ। ਉਹ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਚੰਦਨ ਸੋਨੀ। ਆ ਬੱਚੋ ਰਾਸ਼ਟਰਪਤੀ ਦੀ ਕੁਆਲੀਫਿਕੇਸ਼ਨ ਚ ਲਿਖਿਆ ਹੋਇਆ ਹੈ, ਹਿੰਦੁਸਤਾਨ ਦੇ ਵਿੱਚ ਉਮਰਾਂ ਨੂੰ ਕੁਆਲੀਫਿਕੇਸ਼ਨ ਮੰਨਿਆ ਜਾਂਦਾ। ਕਮਾਲ ਦੀ ਗੱਲ ਹੈ। ਇਹ ਆਰਟੀਕਲ ਨੰਬਰ 58 ਹੈ। ਆਰਟੀਕਲ ਨੰਬਰ 58 ਸੰਬੰਧ ਰੱਖਦਾ ਕਿਹਦੇ ਨਾਲ, ਕੁਆਲੀਫਿਕੇਸ਼ਨ ਆਫ ਪ੍ਰੈਜ਼ੀਡੈਂਟ ਦੇ ਨਾਲ, ਕੁਆਲੀਫਿਕੇਸ਼ਨ ਆਫ ਪ੍ਰੈਜ਼ੀਡੈਂਟ ਦੇ ਨਾਲ। ਸਮਝ ਗਏ, ਇਹ ਬੜਾ ਪਿਆਰਾ ਪੁਆਇੰਟ ਹੈ, ਯਾਦ ਰੱਖਿਓ ਸਾਰੇ ਫੈਕਟ। ਚਲੋ ਵੀ ਸਵਾਲ ਨੰਬਰ ਤੀਜਾ। ਲਓ ਵੀ ਅੱਜ ਫੇਰ ਟੈਸਟ ਹੋਣ ਜਾ ਰਿਹਾ ਹੈ। ਸਵਾਲ ਬੜਾ ਧਮਾਕੇਦਾਰ ਹੈ, ਸਵਾਲ ਬੱਚੋ ਬੜਾ ਧਮਾਕੇਦਾਰ, ਬੜੇ ਧਿਆਨ ਨਾਲ ਸੁਣਨਾ ਹੈ। ਲਓ ਵੀ ਸਵਾਲ ਵੱਡਾ ਕਰ ਦਿੱਤਾ ਗਿਆ। ਦੇਖੋ ਸਭ ਤੋਂ ਪਹਿਲਾਂ ਜਵਾਬ ਕੌਣ ਦੇਊਗਾ। ਆर्टिकल नंबर 59 नहीं मनजीत सिंह 58 आर्टिकल है। क्या बात है, शिवम ने छड़ी कुछ सारा कुछ ही भेजता। ਇਹ सवाल का जवाब याद रखियो, उम्र च की रखिया जमा सही है, दिल होना चाहिए जवान, पर इत्थे ध्यान ना पढ़ना है, पूरी स्टेटमेंट पढ़नी है, पूरी स्टेटमेंट। मनप्रीत सिंह का सब तो पहला जवाब आया सी, मनप्रीत सिंह का सब तो पहला जवाब आया सी। वेरी गुड अमनजीत कौर, वेरी गुड। सब तो पहला जवाब आया सी, सब तो पहला जवाब आया सी। चलो देखते हैं, कोई चक्कर वाली गल नहीं। हुण ज्यादातर बी भी आउण लग गए ते डी भी आउण लग गए, ए भी आ गया। मैं यही चाहना है भी अज वेरीएशन बहुत ज्यादा होनी है ते साल बच्चों मैनू ही करने पैणगे। नाल अग जी ला के किहने भेजिया, डी परम कंबोज ने। कोई गल नहीं, कढ़ दें, अग खड़ जाओ। कहंदे इलैक्टोरल कॉलेज कंसिस्ट ऑफ ऑल मैंबर्स। आ हुण हो गया गलत। कहंदे जी वाइस प्रेसिडेंट नूं चुनण दे विच कल्ले राज्य सभा दे ओनली आ गया, ओनली। तां कहना स्टेटमेंट पूरी जमा धुर तक पढ़नी है, जिथों तक बिंदी ना लगी होवे। जिन्ना बच्चों ने इत्थे गलत जवाब दिता उसदा कारण यही बन जाना है, पूरा ना पढ़ने का असर माड़ा हो रहा है। अजो गल हो जानी है, किधर अपना विरसा तबाह हो रहा है, वो गल हो जाए। ठीक है, याद रखियो। दूजी गल कहते नॉमिनेटेड मैंबर्स ऑफ बोथ हाउसेज कैन आल्सो बी इंक्लूडेड इन द इलैक्टोरल कॉलेज। बिल्कुल सही है। आपां हुणी देखिया भी वाइस प्रेसिडेंट नूं चुनण दे विच सारे बंदे पार्टिसिपेट करदे है, आ सही है। पहली गलत है, आ सही है। हुण पुछा की है भी गलत केड़ी है, पूछा की है भी गलत केड़ी है, तो बच्चों गलत केड़ी है, पहली आंसर आ गया ए, आंसर आ गया। हाँ आही तो चक्कर पैना। अज तुसी मैं सुनो स्टार्टिंग दे विच ही कहता सी भी अज दे सवाल बहुत बहुत चुस्त चलाकी वाले सवाल है, आउंदे होई भी गलत करांगे आपां। हाँ अज निकलणगे चिब तुहाडे। अज तुहानूं मैं कहना भुल गया, लाइक भी कर दो, शेयर भी कर दो, सबसक्राइब भी कर दिया करो चैनल। जेकर तुसीं पहली बार देख रहे हो सबसक्राइब फेयर करना। ठीक है, कि तुहानूं दोबारा नप दो कदे अनसबसक्राइब करके बह जाओ। कहते विच अमंग द फॉलोइंग आर्टिकल, आ बड़ा प्यारा आर्टिकल है। मैं तुहानूं हुणे की कहा भी तुसीं मोटे मोटे 10-15 आर्टिकल याद करने हैं। असं लिखाई देने एक थां ते जो पूछा राष्ट्रपति किहड़े आर्टिकल च है, आपां टिक लावांगे आर्टिकल नंबर 52 दे विच है भी देयर शैल बी प्रेसिडेंट फॉर इंडिया। वाइस प्रेसिडेंट किहड़े आर्टिकल दे विच है, आपां टिक लावांगे आर्टिकल नंबर 63 दे विच है। जो पूछा अपना प्राइम मिनिस्टर एंड हिज काउंसिल ऑफ मिनिस्टर किहड़े आर्टिकल दे विच है, तां बच्चों आपां टिक लावांगे 75 दे विच है। ये तीन मोटे मोटियां पोस्टां याद रखो। अटॉर्नी जनरल 76 दे विच है, कैग 148 दे विच है। पर आ देखो नवा आर्टिकल इंपीचमेंट का मतलब हुंदा है अहुदे तो हटा देना, महाप्रणाली बारे बोलदा है। आज नाल पंजाबी भी लिखी है, वैसे मैं पंजाबी घट ही पढ़दा, गुस्सा ना करियो क्योंकि मैं पंजाबी हमेशा शुरू तो मतलब आप घट पढ़िया। ठीक है, मैं हमेशा अंग्रेजी विच पढ़िया। विच अमंग द फॉलोइंग आर्टिकल्स स्पीक्स अबाउट इंपीचमेंट ऑफ द प्रेसिडेंट ऑफ इंडिया। दसो भी किहड़ा आर्टिकल है, बहुत सौखा सवाल है। जिन्हें पॉलिटिक की है वास्ते सवाल बच्चों वाला सी 17 इंच पार्लीमेंट। मैं किते दा आंसर दसी जांदे है।
ਆਰਟੀਕਲ ਨੰਬਰ 61 ਹੈ। ਵੈਰੀ ਗੁੱਡ। ਇੰਪੀਚਮੈਂਟ ਆਫ ਪ੍ਰੈਜ਼ੀਡੈਂਟ ਮਤਲਬ ਹੁੰਦਾ ਹੈ ਜਦੋਂ ਰਾਸ਼ਟਰਪਤੀ ਨੂੰ ਉਹਦੇ ਅਹੁਦੇ ਤੋਂ ਹਟਾਉਣਾ ਹੋਵੇ ਉਹਨੂੰ ਬੋਲਦੇ ਆ ਇੰਪੀਚਮੈਂਟ ਆਫ ਪ੍ਰੈਜ਼ੀਡੈਂਟ। ਇਹ ਸੰਵਿਧਾਨ ਦੇ ਕਿਹੜੇ ਆਰਟੀਕਲ ਦੇ ਵਿੱਚ ਹੈ? 61 ਨੰਬਰ ਆਰਟੀਕਲ ਦੇ ਵਿੱਚ ਹੈ। ਬਟ ਪੇਪਰਾਂ ਨੇ ਸਵਾਲ ਕੀ ਪਤਾ ਵੀ ਆਪਾਂ ਰਾਸ਼ਟਰਪਤੀ ਨੂੰ ਉਹਦੇ ਅਹੁਦੇ ਤੋਂ ਹਟਾਉਣਾ ਹੈ, ਇੰਪੀਚ ਕਰਨਾ ਹੈ, ਕਿਹੜੇ ਜੁਰਮ 'ਚ ਕਰਨਾ ਹੈ? ਵੀ ਰਾਸ਼ਟਰਪਤੀ ਨੇ ਜਦੋਂ ਕੀ ਕਰਤਾ, ਮਰਡਰ ਕਰਤਾ, ਚੋਰੀ ਕਰ ਲਈ, ਕੁਛ ਕਰਤਾ, ਕਿਸੇ ਦਾ ਪੈਨ ਚੱਕ ਕੇ ਭੱਜ ਗਿਆ, ਕੁਛ ਵੀ ਕਰਤਾ, ਵੀ ਆਪਾਂ ਇਹਨੂੰ ਇੰਪੀਚ ਕਦੋਂ ਕਰ ਸਕਦੇ ਹਾਂ? ਆਪਾਂ ਇਹਨੂੰ ਇੰਪੀਚ ਕਦੋਂ ਕਰ ਸਕਦੇ ਹਾਂ? ਸਵਾਲ ਦਾ ਜਵਾਬ ਆਪਾਂ ਬੱਚੋ ਸੰਵਿਧਾਨ ਦੇ ਅਕੋਰਡਿੰਗ ਦੇਣਾ। ਸੰਵਿਧਾਨ 'ਚ ਸਿੰਪਲ 3 ਅੱਖਰ ਲਿਖੇ ਹੈ, ਵਾਇਓਲੇਸ਼ਨ ਆਫ ਕਨਸਟੀਟਿਊਸ਼ਨ। ਆਪਾਂ ਰਾਸ਼ਟਰਪਤੀ ਨੂੰ ਸਿਰਫ ਔਰ ਸਿਰਫ ਇੱਕੋ ਜੁਰਮ 'ਚ ਰਿਮੂਵ ਕਰ ਸਕਦੇ ਹਾਂ। ਆ 3 ਅੱਖਰ ਸਾਹਮਣੇ ਲਿਖੇ ਪਏ ਹੈ, ਵਾਇਓਲੇਸ਼ਨ ਆਫ ਕਨਸਟੀਟਿਊਸ਼ਨ। ਸੰਵਿਧਾਨ ਦੀ ਉਲੰਘਣਾ ਕਰਨ ਤੇ, ਸੰਵਿਧਾਨ ਦੀ ਉਲੰਘਣਾ ਕਰਨ ਤੇ ਆਪਾਂ ਬੱਚਿਓ ਵੈਰੀ ਗੁੱਡ, ਵੈਰੀ ਗੁੱਡ, ਵਾਡੇ ਨਾਲ ਸਭ ਦੇ ਸਹੀ ਹੈ। ਵੈਰੀ ਗੁੱਡ, ਵੈਰੀ ਗੁੱਡ। ਠੀਕ ਹੈ, ਇਹ ਚੀਜ਼ ਆਪਾਂ ਯਾਦ ਰੱਖਣੀ ਹੈ। ਅਗੇਨ ਸੌਖਾ ਸਵਾਲ ਹੈ। ਲੈ ਫਿਰ ਆ ਸਵਾਲ ਤਾਂ ਹੁਣ ਤੁਸੀਂ ਆਰਾਮ ਨਾਲ ਹੀ ਸੋਲਵ ਕਰ ਦੋਗੇ, ਆਰਾਮ ਨਾਲ ਸੋਲਵ ਕਰਨਾ ਚਾਹੀਦਾ ਹੈ। ਜਿੰਨੇ ਬੱਚੇ ਸ਼ੁਰੂ ਤੋਂ ਲਾਈਵ ਦੇਖ ਰਹੇ ਆ ਉਹ ਅੱਜ ਦੀ ਕਲਾਸ ਹੁਣ ਤੱਕ ਜਿੰਨੀ ਚੱਲੀ ਹੈ ਉਹ ਤੋਂ ਸਿੱਖ ਕੇ ਵੀ ਸਹੀ ਟਕਲਾ ਸਕਦੇ ਆ। ਤੁਹਾਨੂੰ ਮੈਂ 8-10 ਸੈਕਿੰਡ ਦਾ ਟਾਈਮ ਦੇ ਦਿੰਦਾ, ਪੜ੍ਹ ਵੀ ਦਿੰਦਾ। ਕਹਿੰਦੇ ਪਰਸਨ ਦੀ ਉਮਰ 35 ਸਾਲ ਹੋਣੀ ਚਾਹੀਦੀ ਹੈ ਜਿਹਨੇ ਭਾਈ ਰਾਸ਼ਟਰਪਤੀ ਬਣਨਾ ਹੈ। ਕਹਿੰਦੇ ਰਾਸ਼ਟਰਪਤੀ ਨੂੰ ਆਪਾਂ ਇੰਪੀਚ ਕਰ ਸਕਦੇ ਹਾਂ, ਕਿਸ ਆਧਾਰ ਤੇ ਕਰ ਸਕਦੇ ਹਾਂ? ਪ੍ਰੂਵਡ ਮਿਸਬਿਹੇਵੀਅਰ ਜਾਂ ਇਨਕੈਪੈਸਿਟੀ ਦੇ ਆਧਾਰ ਤੇ। ਠੀਕ ਹੈ, ਆ ਥੱਲੇ ਪੰਜਾਬੀ ਚ ਵੀ ਲਿਖਿਆ ਹੋਇਆ ਹੈ। ਤੇ ਦੱਸੋ ਫਿਰ ਪੁੱਛਿਆ ਕੀ ਹੈ, ਕਿਹੜੇ ਦੋਨਾਂ ਚੋਂ ਸਹੀ ਹੈ? ਕਿਹੜੀਆਂ ਦੋਨਾਂ ਚੋਂ ਸਹੀ ਹੈ? ਸਭ ਬੱਚੇ ਆਂਸਰ ਏ ਕਹਿ ਰਹੇ ਹੈ। ਵੈਰੀ ਗੁੱਡ। ਵੀ ਅੱਜ ਮੈਨੂੰ ਨਾ ਪੜ੍ਹਨ ਦਾ ਟਾਈਮ ਘੱਟ ਲੱਗ ਰਿਹਾ। ਠੀਕ ਹੈ, ਅਮਨ ਸ਼ਰਮਾ ਵੀ ਆਪਣਾ, ਰਿਸ਼ਭ, ਠੀਕ ਹੈ, ਵੈਰੀ ਗੁੱਡ, ਵੈਰੀ ਗੁੱਡ। ਆਪਣਾ ਨਾਮ ਪਹਿਲੀ ਵਾਰ ਸੁਖਤੇਜ ਸਿੰਘ, ਵੈਰੀ ਗੁੱਡ। ਚਲੋ ਵੀ ਪਰਮ ਕੰਬੋਜ, ਸਭ ਨੂੰ ਪਤਾ ਲੱਗ ਗਿਆ ਨਾ? ਅੱਜ ਸਿੱਖ ਲਿਆ, ਅੱਜ ਹੀ ਸਿੱਖ ਲਿਆ ਵੀ ਆਹ ਸਹੀ ਹੈ, ਆਹ ਗਲਤ ਹੈ, ਕਿਉਂਕਿ ਆ ਤਾਂ ਮੈਂ ਤੁਹਾਨੂੰ ਪੜ੍ਹਾਇਆ ਹੀ ਨਹੀਂ। ਮੈਂ ਤੁਹਾਨੂੰ ਹੁਣ ਕੀ ਲਿਖ ਕੇ ਹਟਿਆ ਵੀ ਇਹਨੂੰ ਤਾਂ ਆਪਾਂ ਰਿਮੂਵ ਸਿਰਫ ਔਰ ਸਿਰਫ ਵਾਇਓਲੇਸ਼ਨ ਆਫ ਕਨਸਟੀਟਿਊਸ਼ਨ ਤੇ ਹੀ ਕਰ ਸਕਦੇ ਹਾਂ। ਆ ਤਾਂ ਆਪਣੇ ਸੁਪਰੀਮ ਕੋਰਟ ਦੇ ਜੱਜ ਵਾਸਤੇ ਹੁੰਦਾ, ਆ ਤਾਂ ਆਪਣੇ ਸੁਪਰੀਮ ਕੋਰਟ ਜੱਜ ਵਾਸਤੇ ਹੁੰਦਾ। ਆ ਬੱਚੋ ਕਰੈਕਟ ਪੁੱਛਿਆ ਤਾਂ ਆਂਸਰ ਆ ਗਿਆ ਏ। ਆਂਸਰ ਕੀ ਆ ਗਿਆ? ਏ। ਹਾਂਜੀ, ਕਹਿੰਦੇ ਚਲੋ ਦੱਸੋ ਆ ਸਵਾਲ ਇਹ ਜਿਹਾ ਪੇਪਰਾਂ 'ਚ ਇਹ ਜੇ ਨਾ ਪਿੱਛੇ ਕੋਈ ਸਵਾਲ ਬਾਹਲੇ ਆਉਂਦੇ ਆ ਤੇ ਬੰਦਾ ਕਿੰਨੀ ਪੋਲਿਟੀ ਪੜ੍ਹਦਾ ਰਹਿ ਜਾਂਦਾ, ਕੱਲਾ ਕੱਲਾ ਆਰਟੀਕਲ ਰਟੀ ਫਿਰਦਾ ਦਿਮਾਗ 'ਚ, ਪੇਪਰ ਤੋਂ ਬਾਹਰ ਬੈਠਾ ਗੱਡੀ 'ਚ ਪੜ੍ਹੀ ਜਾਂਦਾ ਹੁੰਦਾ ਵੀ ਅਨਟੱਚੇਬਿਲਟੀ ਕਿਹੜੇ 'ਚ ਹੈ, ਐਜੂਕੇਸ਼ਨ ਵਾਲਾ ਕਿਹੜੇ 'ਚ ਹੈ, ਫਲਾਨਾ ਕਿਹੜੇ ਦਾ ਕਿਹੜੇ 'ਚ ਹੈ। ਉੱਤੇ ਸਵਾਲ ਕੀ ਪਾ ਦਿੰਦੇ ਆ ਵੀ ਹੂ ਐਕਟ ਐਜ਼ ਪ੍ਰੈਜ਼ੀਡੈਂਟ ਆਫ ਇੰਡੀਆ ਵੈਨ ਪ੍ਰੈਜ਼ੀਡੈਂਟ ਨॉर ਵਾਈਸ ਪ੍ਰੈਜ਼ੀਡੈਂਟ। ਇਹ ਕੀ ਹੈ? ਇਹ ਕਹਿੰਦੇ ਮੰਨ ਲਓ ਪ੍ਰੈਜ਼ੀਡੈਂਟ ਦੀ ਮੌਤ ਹੋ ਜੇ ਜਾਂ ਪ੍ਰੈਜ਼ੀਡੈਂਟ ਅਸਤੀਫਾ ਦੇ ਜੇ। ਅਸਤੀਫਾ ਬੋਲੇ तो रेजिग्नेशन दे दे, फिर ਉਹਦੀ ਗੱਦੀ ਤੇ ਕੌਣ ਬੈਠੂਗਾ? ਕਿਉਂਕਿ ਸੰਵਿਧਾਨ ਦੇ ਆਰਟੀਕਲ ਨੰਬਰ 52 ਚ ਲਿਖਿਆ ਹੋਇਆ ਹੈ देयर शैल बी प्रेसिडेंट फॉर इंडिया। फिर बच्चों गद्दी ते बैठूगा वाइस प्रेसिडेंट। मान लो ये भी मर जे ਜਾਂ ਅਸਤੀਫਾ ਦੇ ਜੇ फिर गद्दी ते बैठूगा चीफ जस्टिस ऑफ इंडिया। पर मान लो ये भी मर जे ਜਾਂ ਅਸਤੀਫਾ ਦੇ ਜੇ फिर बैठूगा सीनियर मोस्ट जज ऑफ सुप्रीम कोर्ट। सीनियर मोस्ट जज ऑफ सुप्रीम कोर्ट। बट ਆਪਾਂ ਨੂੰ ਤਾਂ ਤੀਜੇ ਨੰਬਰ ਵਾਲੀ ਪੁੱਛਿਆ ਤਾਂ ਇੱਥੇ ਆਪਣਾ ਆਨਸਰ ਕੀ ਆਊਗਾ? ਚੀਫ ਜਸਟਿਸ ਆਫ ਇੰਡੀਆ। ਜੋ ਤਾਂ ਹਾਲੇ ਦੋਨੇ ਹੀ ਹੈ ਨਹੀਂ ਤਾਂ ਗੱਦੀ ਤੇ ਕੌਣ ਬੈਠੂਗਾ? ਚੀਫ ਜਸਟਿਸ ਆਫ ਇੰਡੀਆ। ਜੇ ਇਹ ਵੀ ਮਰ ਜੇ ਜਾਂ ਅਸਤੀਫਾ ਦੇ ਜੇ ਫਿਰ ਗੱਦੀ ਤੇ ਬੈਠੂਗਾ ਸੀਨੀਅਰ ਮੋਸਟ ਜੱਜ ਆਫ ਸੁਪਰੀਮ ਕੋਰਟ। ਸਾਰੇ ਬੱਚੇ ਸਮਝ ਗਏ? ਵੈਰੀ ਗੁੱਡ, ਵੈਰੀ ਗੁੱਡ। ਤੁਸੀਂ ਲਿਖਾਤੇ ਉਹਨਾਂ ਦੀ ਮੈਕਸਿਮਮ ਏਜ ਲਿਮਿਟ। ਸਰ ਜਿੰਨੇ ਵੀ ਤੁਸੀਂ ਲਿਖਾਤੇ ਉਹਨਾਂ ਦੀ ਮੈਕਸਿਮਮ ਏਜ, ਰਾਜਵੀਰ ਕੌਰ ਮੈਕਸਿਮਮ ਏਜ ਲਿਮਿਟ ਹੈ ਹੀ ਨਹੀਂ। ਮੈਂ ਕਿੱਥੋਂ ਦੱਸਦਾ ਤੁਹਾਨੂੰ? ਮੈਂ ਇਹ ਤਾਂ ਦੱਸ ਕੇ ਹਟਿਆ ਪਹਿਲਾਂ। ਉਹ ਤਾਂ ਸੁਪਰੀਮ ਕੋਰਟ ਦੇ ਜੱਜ, ਹਾਈ ਕੋਰਟ ਦੇ ਜੱਜ, ਹੋਰ ਪੋਸਟਾਂ ਅੱਗੇ ਪੜਾਂਗੇ ਆਪਾਂ, ਹੋਰ ਅੱਗੇ ਕਾਫੀ ਪੋਸਟਾਂ ਪੜਾਂਗੇ। ਮੈਕਸਿਮਮ ਏਜ ਉਹਨਾਂ ਦੀ ਹੁੰਦੀ ਹੈ, ਇਹਨਾਂ ਦੀ ਹੈ ਹੀ ਨਹੀਂ। ਤਾਂ ਹੀ ਆਪਣਾ ਆਂਸਰ ਤਾਂ ਆਪਣਾ ਕੀ ਸੀ? ਆਂਸਰ ਉਹ ਨੋ ਲਿਮਿਟ ਸੀਗਾ। ਹਾਂ ਆਹ ਚੀਜ਼ ਯਾਦ ਰੱਖੋ, ਠੀਕ ਹੈ। ਤੇ ਤੁਹਾਨੂੰ ਪਤਾ ਹੈ ਹਿੰਦੁਸਤਾਨ ਦੇ ਵਿੱਚ ਇੱਕ ਵਾਰੀ ਚੀਫ ਜਸਟਿਸ ਆਫ ਇੰਡੀਆ ਰਾਸ਼ਟਰਪਤੀ ਦੀ ਪੋਸਟ ਤੇ ਬੈਠਿਆ ਹੋਇਆ ਹੈ ਤੇ ਉਹ ਬੰਦਾ ਬੱਚੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਮੁਹੰਮਦ ਹਿਦਾਇਤੁੱਲਾ। ਇਹ ਚੀਫ ਜਸਟਿਸ ਆਫ ਇੰਡੀਆ 1969 ਦੇ ਵਿੱਚ, 1969 ਦੇ ਵਿੱਚ ਇਹ ਬੰਦਾ ਬੱਚੋ ਯਾਦ ਰੱਖਿਓ ਚੀਫ ਜਸਟਿਸ। ਕਿਉਂਕਿ 69 ਚ ਕੀ ਹੋ ਗਿਆ ਸੀਗਾ?
जाकिर हुसैन की मौत हो गई सी। हिंदुस्तान का पहला मुस्लिम राष्ट्रपति, हिंदुस्तान का सब तो घट समय वास्ते राष्ट्रपति जाकिर हुसैन, उन्होंने हो गई मौत। तो वाइस प्रेसिडेंट से अपना उदो वीवी गिरी दे गया अस्तीफा, पोस्ट फिर भी खाली पई है। फिर अपना चीफ जस्टिस मुहम्मद हिदायतुल्ला 1969 दे विच। ये पॉइंट बच्चों याद रखना है, बड़ा प्यारा ते कीमती पॉइंट है, ठीक है ना। ताही तो इंडिया जुलूस आही तो गल है, जे अपने सारे दी मैक्सिमम एज हो जाए, फिर इन्ना अपना कुर्सी ना प्यार लीडर का हो भी ना, फिर बस दिमाग चाहे हो भी बस ठीक है मेरी उम्र टप्पण वाली, मैं तो एक बार बनना है, वो चंगे काम ऑटोमैटिक करूगा, वो तो बौंदले बैठे है। चलो फिर करो सवाल सॉल्व। जेडे बंदे ने क्लास फिर कह रहे हैं स्टार्टिंग तो लाई है, उन्होंने सवाल हुण सॉल्व करना चाहिए। जे हले भी सवाल गलत करता, बड़े पैंदियां देखो किहड़े हिसाब नाल है। मोबाइल बिच दी तुहानूं फड़ लूं, मोबाइल बिच दी किते ऐ ना मन्निओ घरे बैठे हैं, कोई ना आ रहा है किते बैठे है, दसो फिर सवाल का जवाब दिओ। अज मैं तुहाडे सवाल थोड़े ज्यादा छड्ड रहे हैं। इस तो बाद फिर भी हाँ फिर वीवीगिरी बन गया सी, वेरी गुड जाकिर हुसैन, ठीक है। एक थोड़े कमेंट चलते मगर आई यार सोथों मैं की पूछना, सवाल का जवाब 7वें का सी आ गया। चलो बस एक सवाल मैनूं आ गया, 7वें का सी तानिया ने कहा है। ले पहला सब तो पहला हुण तानिया दी देखदे, तानिया ने की कहा भी सही कहा, नहीं प्रीति आप तनी बना देंगे गलत कहा होवे तां। द इलेक्टोरल कॉलेज ऑफ प्रेसिडेंट वाइस प्रेसिडेंट इज सेम, कहंदे की ये सेम है, नहीं सेम। ਆਪਾਂ ਹੁਣ ਤਾਂ ਦੇਖਿਆ ਵੀ ਵਾਈਸ ਪ੍ਰੈਜ਼ੀਡੈਂਟ ਤੇ ਪ੍ਰੈਜ਼ੀਡੈਂਟ ਵਾਸਤੇ ਵੱਖਰੇ ਵੱਖਰੇ ਆ, ਉਧਰ ਇਲੈਕਟਡ ਹੁੰਦੇ ਆ ਇਕੱਲੇ, ਉਧਰ ਸਾਰੇ ਹੁੰਦੇ ਆ। ਫਿਰ ਕਹਿੰਦੇ ਵਾਈਸ ਪ੍ਰੈਜ਼ੀਡੈਂਟ ਨੂੰ ਆਪਾਂ ਰਿਮੂਵ ਕਰ ਸਕਦੇ ਆ ਸੁਪਰੀਮ ਕੋਰਟ ਦੇ ਜੱਜ ਦੇ ਬਰਾਬਰ। ਉਹ ਵਾਈਸ ਪ੍ਰੈਜ਼ੀਡੈਂਟ ਨੂੰ ਰਿਮੂਵ ਕਰਨ ਵਾਸਤੇ ਬਸ ਰਾਜ ਸਭਾ ਨੇ ਐਬਸੋਲੂਟ ਮੈਜੋਰਿਟੀ ਨਾਲ ਬਿੱਲ ਪਾਸ ਕਰਨਾ, ਬਸ ਕੰਮ ਨਿਬੇੜਤਾ। ਇੱਥੋਂ ਜੱਜ ਦੇ ਬਰਾਬਰ ਭਾਲਦੇ ਆ ਐਬਸੋਲੂਟ ਮੈਜੋਰਿਟੀ, ਉਹ ਵੀ ਕੱਲੀ ਰਾਜ ਸਭਾ ਦੇ ਵਿੱਚ। ਤਾਂ ਪੁੱਛਿਆ ਕੀ ਆਪਾਂ ਨੂੰ ਵੀ ਭਾਈ ਇਹ ਚੋਂ ਗਲਤ ਕਿਹੜਾ ਹੈ, ਉਹ ਗਲਤ ਦੋਨੇ ਹੀ ਹੈ। ਆਨਸਰ ਆ ਗਿਆ ਸੀ, ਕੱਢੋ ਬਾਹਰ ਤਾਣੀਆਂ ਨੂੰ, ਗਲਤ ਦੱਸਤਾ। ਸਭ ਤੋਂ ਪਹਿਲਾਂ ਜਵਾਬ ਤਾਣੀਆਂ ਦਾ ਆਇਆ ਸੀ, ਤਾਣੀਆਂ ਨੇ ਕੰਮ ਟੇਢਾ ਕਰਤਾ। ਇਹਦਾ ਮਤਲਬ ਕਲਾਸ ਹੁਣ ਸਟਾਰਟਿੰਗ ਤੋਂ ਲਾਈ ਨਹੀਂ, ਗਲਤ ਗੱਲ ਹੈ। ਕਲਾਸ ਸਟਾਰਟਿੰਗ ਤੋਂ ਲਾਓ, ਜਿਹੜੇ ਬੱਚਿਆਂ ਨੂੰ ਜੁਆਇਨ ਬਾਅਦ ਚ ਕੀਤਾ ਨਾ ਉਹ ਵੀ ਕਲਾਸ ਨੂੰ ਬੈਕ ਕਰਕੇ ਦੇਖਿਆ ਕਰੋ। ਲਾਈਵ ਦਾ ਮਤਲਬ ਇਹ ਨਹੀਂ ਜਿੱਥੋਂ ਕਲਾਸ ਚੱਲ ਪਈ ਬਸ ਉੱਥੇ ਆਪਣਾ ਮੂੰਹ ਟੱਡ ਲਿਆ, ਉਹਦਾ ਕੀ ਫਾਇਦਾ। ਪਿੱਛੇ ਤੋਂ ਧੁਰ ਤੋਂ ਕਲਾਸ ਲਾਓ, ਧੁਰ ਤੋਂ ਜਮਾ ਸਟਾਰਟਿੰਗ ਤੋਂ। ਚਲੋ सारे समझ गया, कोई डाउट किसी नूं? हले भी सी बी कह रहे हैं, कमाल दी गल है यार। हाँ सी सही तो है, आंसर सी आऊगा। चलो ठीक है, एवं टाइम खराब कराऊंगी बस, ठीक है वेरी गुड। जिन्होंने सी कहा, जिन्हें सवाल गलत हो रहे हैं ਆਪਾਂ ਨੂੰ ਅੱਜ ਸਿੱਖਣ ਨਹੀਂ ਮਿਲਣਾ। ਇਹ ਕਿਹੜਾ ਆਪਣਾ ਅਸਲੀ ਪੇਪਰ ਹੈ, ਪਰ ਅਸਲੀ ਪੇਪਰ ਵਾਲੀ ਫੀਲਿੰਗ ਲੈਣੀ ਹੈ। ਅੱਜ ਦੀਆਂ ਗਲਤੀਆਂ ਤੋਂ ਸਿੱਖਣਾ ਹੈ ਵੀ ਉਹ ਗਲਤੀ ਦੁਬਾਰਾ ਪੇਪਰ 'ਚ ਨਾ ਹੋਵੇ। ਇਹ ਆਪਣੇ ਸੈਸ਼ਨ ਦਾ ਫਾਇਦਾ ਹੈ, ਤਾਂ ਹੀ ਆਪਾਂ ਕੰਟੀਨਿਊ ਰੱਖਾਂਗੇ। ਨੌਲੇਜ 'ਚ ਆਪਣਾ ਵਾਧਾ ਦਿਨ ਰਾਤ ਹੁੰਦਾ ਜਾਊਗਾ। ਹੂ ਅਮੰਗ ਦਾ ਫੋਲੋਇੰਗ ਪ੍ਰੈਜ਼ੀਡੈਂਟ, ਕਹਿੰਦੇ ਇਹਦੇ ਵਿੱਚੋਂ ਕਿਹੜਾ ਹਿੰਦੁਸਤਾਨ ਦਾ ਰਾਸ਼ਟਰਪਤੀ, ਕਿਹੜਾ ਹਿੰਦੁਸਤਾਨ ਦਾ ਰਾਸ਼ਟਰਪਤੀ ਆਪਦੀ ਸਟੇਟ ਦਾ ਪਹਿਲਾ ਸੀਐਮ ਰਿਹਾ। ਲੈ ਵੀ ਦੱਸੋ ਫਿਰ ਕਿਹਨਾਂ ਦੀ, ਕਿਹੜਾ ਕਹਿੰਦੇ ਆਪਦੀ ਸਟੇਟ ਦਾ ਪਹਿਲਾ ਸੀਐਮ ਰਿਹਾ, ਕਿਹੜਾ ਰਾਸ਼ਟਰਪਤੀ ਹੈ। ਲੈ ਮੈਂ ਦੱਸ ਹੀ ਦਿੰਨਾ ਬੱਚੋ, ਨੀਲਮ ਸੰਜੀਵਾ ਰੈਡੀ। ਨੀਲਮ ਸੰਜੀਵਾ ਰੈਡੀ ਇਹੋ ਜਿਹਾ ਬੰਦਾ, ਇਹੋ ਜਿਹਾ ਬੰਦਾ ਮੈਂ ਕਹਿੰਦਾ ਫੈਕਟਾਂ ਦੇ ਢੇਰ ਹੀ ਆ ਯਾਰ। ਪਹਿਲੀ ਗੱਲ ਤਾਂ ਇਹ ਬੰਦਾ ਰਿਹਾ ਕਿੱਥੋਂ ਦਾ ਪਹਿਲਾ ਸੀਐਮ, ਇਹ ਫਸਟ ਸੀਐਮ ਹੈ ਆਫ ਆਂਧਰਾ ਪ੍ਰਦੇਸ਼, ਆਫ ਆਂਧਰਾ ਪ੍ਰਦੇਸ਼, ਠੀਕ ਹੈ ਬੱਚੋ। आंध्रा प्रदेश दा पहला, आंध्रा प्रदेश दा पहला सीएम, वेरी गुड वेरी गुड। अच्छा वो सही सीगा ठीक है, कुछ चक्कर गल नहीं, सारे फिर अपने स्टूडेंट तो हैगे है। हुण 80-50 तुहाडे नाल ही करांगे फिर। चलो याद रखियो, पहला सीएम आंध्रा प्रदेश है संजीव रेड्डी। होर देखो ਇਹਦਾ मतलब ताही पाया सी ना मॉडर्न स्टेट्स, याद रखियो मॉडर्न स्टेट्स, क्योंकि अंदर शंकर दयाल शर्मा ये भोपाल का सीएम रहा, पर भोपाल इज नॉट द मॉडर्न स्टेट। स्टेट रीऑर्गेनाइजेशन एक्ट बच्चों 56 च पास होया, बड़ी सीधी जी गल है, 56 च नहीं पास होया। दूजी गल ये अपना स्पीकर भी रहा, चक लो, नीलम संजीवा रेड्डी स्पीकर भी रहा ते हिंदुस्तान का 6वां प्रेसिडेंट भी रहा। नीलम संजीवा रेड्डी यह जिहा बंदा है, ये प्रेसिडेंट बनया सी अनअपोज,
ਚੱਕ ਲੋ, ਆ ਕੰਮ ਉਦੋਂ ਵੀ ਘੈਂਟ ਹੈ। ਇਹ ਰਾਸ਼ਟਰਪਤੀ ਬਣਿਆ ਅਨਅਪੋਜ਼ਡ, ਇਹਨੂੰ 1977, ਇਹਨੂੰ 1977, ठीक है चलो 1977, 1977 ਦੇ ਵਿੱਚ ਇਹ ਰਾਸ਼ਟਰਪਤੀ ਹਿੰਦੁਸਤਾਨ ਦਾ ਅਨਅਪੋਜ਼ਡ ਬਣ ਗਿਆ। ਅਨਅਪੋਜ਼ਡ ਦਾ ਬੱਚੋ ਮਤਲਬ ਕੀ ਹੁੰਦਾ ਵੀ ਇਹਦਾ ਕੋਈ ਵਿਰੋਧੀ ਖੜਾ ਹੀ ਨਹੀਂ ਹੋਇਆ। 77 ਚ ਕਾਂਗਰਸ ਪਾਰਟੀ ਹਿੰਦੁਸਤਾਨ ਚ ਪਹਿਲੀ ਵਾਰ ਹਾਰੀ ਹੈ, ਸੈਂਟਰ ਚ ਪਹਿਲੀ ਵਾਰ। ਇਹ ਫੈਕਟ ਆਪਾਂ ਅੱਗੇ ਵੀ ਦੇਖਾਂਗੇ। ਇਹ ਸਾਰੇ ਇਹ ਜਨਤਾ ਪਾਰਟੀ ਦਾ ਕੈਂਡੀਡੇਟ ਸੀ, ਜਨਤਾ ਪਾਰਟੀ ਦਾ। ਕਾਂਗਰਸ ਨੇ ਆਪਦਾ ਉਮੀਦਵਾਰ ਮੈਦਾਨ ਚ ਉਤਾਰਿਆ ਨਹੀਂ। NS ਰੈਡੀ ਹਿੰਦੁਸਤਾਨ ਦਾ ਰਾਸ਼ਟਰਪਤੀ ਅਨਅਪੋਜ਼ਡ ਬਣ ਗਿਆ, ਇਹਦਾ ਕੋਈ ਵਿਰੋਧੀ ਬੰਦਾ ਖੜਾ ਹੀ ਨਹੀਂ ਹੋਇਆ। ਦੂਜੀ ਗੱਲ, ਇਹੀ ਆਪਣੇ ਹਿੰਦੁਸਤਾਨ ਦਾ ਯੰਗੈਸਟ ਹੈ। ਚੱਕ ਲੋ, ਸਾਰੇ ਫੈਕਟ ਨੀਲਮ ਸੰਜੀਵਾ ਰੈਡੀ ਦੇ ਹੈ। ਇਹੀ ਯੰਗੈਸਟ ਪ੍ਰੈਜ਼ੀਡੈਂਟ ਹੈ, ਇਹੀ ਅਨਅਪੋਜ਼ਡ ਚੁਣਿਆ ਗਿਆ। ਇਹ ਸਪੀਕਰ ਵੀ ਰਿਹਾ, ਇਹ ਆਂਧਰਾ ਪ੍ਰਦੇਸ਼ ਦਾ ਪਹਿਲਾ CM ਵੀ ਰਿਹਾ। ਠੀਕ ਹੈ ਅੱਛਾ, ਨੀਲਮ ਤਾਂ ਤੁਹਾਨੂੰ ਲੇਡੀ ਲੱਗ ਰਿਹਾ, ਕਮਲੇ ਬੰਦੇ। ਤਾਂ ਹੀ ਤੈਨੂੰ NS ਰੈਡੀ ਪਾਉਂਦੇ ਆ, ਤਾਂ ਹੀ ਆਪਣੇ ਪੰਜਾਬ ਵਾਲੇ ਕੀ ਪਾਉਂਦੇ ਆ ਇਹਨੂੰ, NS ਰੈਡੀ ਪਾਉਂਦੇ ਆ, ਕਿਉਂਕਿ ਆਪਣੇ ਤੁਹਾਨੂੰ ਪਤਾ ਹੀ ਹੈ। ਫਿਰ ਆਪਣੇ ਪੰਜਾਬੀ ਲੋਕ ਤਾਂ ਨੀਲਮ ਤੁਹਾਨੂੰ ਪਤਾ ਹੀ ਹੈ ਨਾਮ ਕਿਹਦਾ, ਲੇਡੀ ਦਾ ਹੁੰਦਾ। ਇਹ NS ਰੈਡੀ ਹੈ, ਇਹ ਲੇਡੀ ਨਹੀਂ ਹੈ। ਸ਼ੀ ਇਜ਼ ਨਾਟ ਲੇਡੀ, ਸ਼ੀ ਇਜ਼ ਲੇੜਾ। ਇਹ ਲੇੜਾ ਹੈ, ਲੇੜਾ, ਨਾਟ ਲੇਡੀ। ਚਲੋ, ਆ ਸਵਾਲ ਬੜਾ ਸੈਂਸ ਵਾਲਾ ਸਵਾਲ ਆ ਬਈ। ਜਿਹੜੇ ਬੰਦੇ ਨੂੰ ਪੋਲਿਟੀ ਦੀ ਵਧੀਆ ਸਮਝ ਹੈ ਨਾ, ਆਰਾਮ ਨਾਲ ਚੁਟਕੀਆਂ ਦੇ ਨਾਲ ਇਹ ਸਵਾਲ ਸੋਲਵ ਕਰ ਸਕਦੇ ਹੋ। ਤਾਂ ਹੁਣ ਦੇਖਦੇ ਆ ਫਿਰ ਸਭ ਤੋਂ ਪਹਿਲਾਂ 9ਵੇਂ ਦਾ ਜਵਾਬ ਕੌਣ ਦੇਊਗਾ। ਸਭ ਤੋਂ ਪਹਿਲਾਂ 9ਵੇਂ ਦਾ ਜਵਾਬ ਕੌਣ ਦੇਊਗਾ ਬਈ। ਹੁਣ ਮੇਰਾ ਕਮੈਂਟਾਂ ਵੱਲ ਬਸ ਆਈ ਧਿਆਨ ਹੈ। ਸਭ ਤੋਂ ਪਹਿਲਾਂ ਬਸ ਆਂਸਰ ਦੇਖਣਾ, ਮੈਂ ਕਿੰਨੇ ਮਰਜ਼ੀ ਦੰਦ ਕੱਢੀ ਚੱਲੋ, ਹੁਣ ਬਸ ਆਂਸਰ ਫੜਨਾ। ਮਨਪ੍ਰੀਤ ਸਿੰਘ ਨੇ ਇਹ ਕਿਹਾ ਹੈ, ਮਨਪ੍ਰੀਤ ਸਿੰਘ ਨੇ ਇਹ ਕਿਹਾ। ਚਲੋ ਦੇਖਦੇ ਹਾਂ ਕਦੋਂ ਹੋਰ ਪੜ੍ਹ ਲਈਏ ਆਪਾਂ। ਪੂਰਨ ਸਿੱਧੂ ਨੇ ਵੀ ਇਹ ਕਿਹਾ, ਤਾਨੀਆ ਨੇ ਇਹ ਕਿਹਾ, ਤਾਨੀਆ ਨੇ ਫੇਰ ਇਹ ਕਿਹਾ। ਲੈ ਵੀ ਅੱਜ ਦੇਖ ਤਾਨੀਆ, ਜੇ ਕਿਤੇ ਆਹ ਸਵਾਲ ਵੀ ਗਲਤ ਹੋ ਗਿਆ ਨਾ, ਬਸ ਘਰੇ ਕੁੱਟਣ ਵਾਲਾ ਕੰਮ ਹੋ ਜਾਊਗਾ ਘਰੇ ਆ ਕੇ। ਕਹਿੰਦੇ ਕਿਹੜੀ ਅਪੁਆਇੰਟਮੈਂਟ ਇਜ਼ ਨਾਟ ਮੇਡ ਬਾਈ ਪ੍ਰੈਜ਼ੀਡੈਂਟ ਆਫ ਇੰਡੀਆ। ਕਿੰਨਾ ਸੌਖਾ ਸਵਾਲ ਹੈ ਬਈ, ਤੇ ਵੈਰੀ ਗੁੱਡ, ਸਹੀ ਹੈ ਤਾਨੀਆ, ਸਾਰਿਆਂ ਸਹੀ ਹੈ। ਆਂਸਰ ਏ, ਸਪੀਕਰ ਆਫ ਲੋਕ ਸਭਾ ਦੀ ਅਪੁਆਇੰਟਮੈਂਟ ਰਾਸ਼ਟਰਪਤੀ। ਉਹ ਇਹ ਸਵਾਲ ਤਾਂ ਆਪਾਂ ਡਰਟੀ ਫੈਲੋਸ ਆਈ ਸੋਲਵ ਕਰ ਸਕਦੇ ਹਾਂ। ਮੈਜੋਰਟੀ ਆਫ ਬੱਚਾ ਪਾਰਟੀ ਨੂੰ ਪਤਾ ਨਹੀਂ ਹੁੰਦੀ, ਉਹ ਸਪੀਕਰ ਦੀ ਕੋਈ ਓਥ ਹੀ ਨਹੀਂ ਹੁੰਦੀ। ਸਪੀਕਰ ਸਹੁੰ ਹੀ ਨਹੀਂ ਚੱਕਦਾ। ਸਪੀਕਰ ਮੈਂਬਰ ਪਾਰਲੀਮੈਂਟ ਤਾਂ ਹੁੰਦਾ, ਉਹ ਮੈਂਬਰ MP ਦੀ ਸਹੁੰ ਚੱਕਦਾ, MP ਦੀ। ਉਹ ਮੈਂਬਰ ਆਫ ਪਾਰਲੀਮੈਂਟ ਫਿਰ ਆਪਦਾ ਸਪੀਕਰ ਚੁਣ ਲੈਂਦੇ ਆ, ਉਹ ਗੱਦੀ ਤੇ ਬਹਿ ਜਾਂਦਾ। ਇਹ ਪੁਆਇੰਟ ਯਾਦ ਰੱਖਿਓ ਵੀ ਸਪੀਕਰ ਦੀ ਕੋਈ ਓਥ ਨਹੀਂ ਹੁੰਦੀ। ਇਹ ਮੇਰੇ ਹਿਸਾਬ ਨਾਲ ਸਭ ਨੇ ਨਵਾਂ ਪੁਆਇੰਟ ਸਿੱਖਿਆ ਹੋ। ਪੇਪਰ ਚ ਕਾਲੀ ਵੀ ਨਾ ਕਰਿਓ। ਪੇਪਰ ਪਾਉਣ ਵਾਲੇ ਆਪਾਂ ਆਪਣੇ ਨਾਲ ਵੱਡੇ ਸ਼ੈਤਾਨ ਹੈ, ਆਪਾਂ ਬਾਹਲੇ ਬਣਦੇ ਆ, ਉਹ ਸ਼ੈਤਾਨ ਹੈ। ਉਹ ਕੀ ਪਾਉਂਦੇ ਜਾਣ ਕੇ, ਇੱਕ ਬੱਚੋ ਹੁੰਦਾ ਪ੍ਰੋਟਮ ਸਪੀਕਰ। ਜੇ ਪ੍ਰੋਟਮ ਸਪੀਕਰ ਆ ਗਿਆ ਨਾ, ਫਿਰ ਆਪਾਂ ਟਿਕ ਲਾਵਾਂਗੇ ਅਪੁਆਇੰਟਡ ਬਾਈ ਪ੍ਰੈਜ਼ੀਡੈਂਟ। ਜੇ ਬੱਚੋ ਪ੍ਰੋਟਮ ਸਪੀਕਰ ਆ ਗਿਆ ਤਾਂ ਆਪਾਂ ਟਿਕ ਲਾਵਾਂਗੇ ਅਪੁਆਇੰਟਡ ਬਾਈ ਪ੍ਰੈਜ਼ੀਡੈਂਟ। ਹੁਣ ਤੁਸੀਂ ਕਹੋਗੇ ਸਰ ਆ ਕੀ ਫਰਕ। ਪ੍ਰੋਟਮ, ਪਹਿਲੀ ਗੱਲ ਤਾਂ ਬੱਚੋ ਪ੍ਰੋਟਮ ਜਿਹੜਾ ਵਰਡ ਆ ਨਾ, ਇਹ ਲੈਟਿਨ ਭਾਸ਼ਾ ਦਾ ਵਰਡ ਹੈ। ਇਹ ਲੈਟਿਨ ਭਾਸ਼ਾ ਦਾ ਵਰਡ ਹੈ। ਇਹਦਾ ਮਤਲਬ ਹੁੰਦਾ ਫॉर द टाइम बीइंग। फॉर द टाइम बीइंग ਇਹਦਾ ਮਤਲਬ ਕੀ ਹੁੰਦਾ ਹੈ, फॉर द टाइम बीइंग। ਵੀ ਕੁਝ ਸਮੇਂ ਵਾਸਤੇ ਬਣਾ ਦਿੰਨੇ ਆ, ਕਿਉਂਕਿ ਜਦੋਂ ਆਪਣੇ ਲੋਕ ਸਭਾ ਆਪਾਂ ਨਵੀਂ ਚੁਣ ਕੇ ਭੇਜਦੇ ਆ, ਹੁਣ ਸਾਰੇ MP ਨੂੰ ਸਹੁੰ ਚੁਕਾਉਣੀ ਹੁੰਦੀ ਹੈ, ਫੇਰ ਹੀ ਅੰਦਰ ਹਾਊਸ ਬਿਠਾਉਣਗੇ, ਨਹੀਂ ਤਾਂ ਗੰਦ ਪਾਉਣ ਲੱਗ ਜਾਂਦੇ ਆ। ਤੇ ਕੁੱਲ ਮਿਲਾ ਕੇ ਉਹਨੂੰ ਸਹੁੰ ਚੁਕਾਉਣ ਵਾਸਤੇ, ਮੁੱਢਲੀਆਂ ਸਹੂਲਤਾਂ ਕਰਨ ਵਾਸਤੇ, ਰਸਮਾਂ ਕਸਮਾਂ ਕੁਝ ਵੀ ਕਰਨ ਵਾਸਤੇ ਵੀ ਕੇਰਾਂ ਇਹ ਪ੍ਰੋਟਮ ਸਪੀਕਰ ਅਪੁਆਇੰਟ ਕਰ ਦਿੰਦੇ ਆ। ਫਿਰ ਬਾਅਦ ਚ ਇਹਨੂੰ ਲਾ ਕੇ ਗੱਦੀ ਤੋਂ ਫਿਰ ਪੱਕਾ ਬਿਠਾਉਂਦੇ ਆ ਸਪੀਕਰ। ਪੇਪਰ ਚ ਕਾਲੀ ਨਾ ਕਰਿਓ। ਬਾਕੀ ਆਪਸ਼ਨ ਸਿੱਧਾ ਹੀ ਹੈ। ਆ ਵੀ ਯਾਦ ਰੱਖਿਓ, ਆਪਣੀਆਂ ਬੱਚੋ ਜਿੰਨੀਆਂ ਵੀ ਡਿਫੈਂਸ ਫੋਰਸਾਂ ਹੁੰਦੀਆਂ, ਸਟਾਰ ਮਾਰ ਕੇ ਲਿਖੋ, ਸਟਾਰ ਮਾਰ ਕੇ, ਜਿੰਨੀਆਂ ਵੀ ਡਿਫੈਂਸ ਫੋਰਸਾਂ ਹੁੰਦੀਆਂ, ਚਾਹੇ ਆਰਮੀ ਹੈ, ਚਾਹੇ ਨੇਵੀ ਹੈ, ਚਾਹੇ 에ਅਰ ਫੋਰਸ ਹੈ, ਉਹਨਾਂ ਸਾਰਿਆਂ ਦਾ ਸੁਪਰੀਮ ਕਮਾਂਡਰ ਜੇ ਪੁੱਛਿਆ ਕੌਣ ਹੈ, ਪ੍ਰੈਜ਼ੀਡੈਂਟ ਆਫ ਇੰਡੀਆ। ਤੇ ਇਹ ਬੱਚੋ ਕਿੱਥੇ ਲਿਖਿਆ ਹੈ, ਇਹ ਸੰਵਿਧਾਨ ਦੇ ਆਰਟੀਕਲ ਨੰਬਰ 53 ਦੇ ਵਿੱਚ ਲਿਖਿਆ ਹੋਇਆ ਹੈ। ਇਹ ਸਟਾਰ ਮਾਰ ਕੇ ਲਿਖ ਲਿਓ। ਇੱਥੇ ਆਂਸਰ ਇਹ ਆਊਗਾ। ਇੱਥੇ ਆਂਸਰ ਕੀ ਆਊਗਾ, ਇਹ ਆਊਗਾ। ਹਾਂ, ਸਪੀਕਰ ਨਾ ਹੋਵੇ ਤਾਂ ਵੈਰੀ ਗੁੱਡ। ਜਸਪ੍ਰੀਤ ਕੌਰ ਆਫਟਰ ਸਪੀਕਰ, ਬਸ
ਹਾਂ ਸਾਰਿਆਂ ਦਾ ਆਪਣਾ ਕਮਾਂਡਰ ਹੁੰਦਾ ਹੈ। ਵੈਰੀ ਗੁੱਡ ਵੈਰੀ ਗੁੱਡ। ਡਰਦੇ ਹੋ ਤਾਂ ਹੋ ਜੋ ਗਲਤ। ਹਾਂ ਹਾਂ ਕੋਈ ਚੱਕਰ ਵਾਲੀ ਗੱਲ ਨਹੀਂ। ਸਭ ਤੋਂ ਵੱਡੀ ਗੱਲ ਕੀ ਹੈ, ਅੱਜ ਦੀ ਕਲਾਸ ਦੇ ਵਿੱਚ ਜਿਹਦੇ ਸਵਾਲ ਮੈਂ ਕਹਿੰਦਾ ਗਲਤ ਹੁੰਦੇ ਆ ਨਾ, ਗਲਤ ਹੁੰਦੇ ਆ, ਘਬਰਾਉਣ ਦੀ ਲੋੜ ਨਹੀਂ। ਗਲਤੀ ਵਾਲਾ ਬੰਦਾ ਜ਼ਿਆਦਾ ਸੁਧਾਰ ਕਰਦਾ ਹੈ, ਜਿਹੜੇ ਸਹੀ ਵਾਲੇ ਉਹ ਚਾਂਬਲੇ ਮੱਛਰੇ ਬੈਠੇ ਹੋਣਗੇ। ਇਹ ਵੀ ਆਪਣਾ ਇੱਕ ਆਪਾਂ ਕਹਿੰਦੇ ਵੀ ਖੂਨ 'ਚ ਬਿਮਾਰੀ ਹੈ ਆਪਣੇ। ਜਿਹੜਾ ਬੱਚਾ ਅੱਜ ਗਲਤੀ ਕਰੂਗਾ ਉਹ ਜਿੱਥੇ ਅਸਲੀ ਟੈਸਟ ਹੋਣਾ ਪੇਪਰ ਦੇ ਵਿੱਚ ਉੱਥੇ ਗਲਤੀ ਨਹੀਂ ਕਰੂਗਾ। ਇਹ ਮੈਂ ਤੁਹਾਨੂੰ ਲਿਖਾ ਕੇ ਲੈ ਲਿਓ, ਕਿਉਂਕਿ ਸੱਟ ਅੱਜ ਵੱਜ ਜੂ, ਉਹਦੇ ਸੱਟ ਵੱਜ ਜੂ ਅੱਜ। ਕਿਉਂਕਿ ਆਪਣਾ ਇੱਕ ਹਿਊਮਨ ਨੇਚਰ ਹੁੰਦਾ ਹੈ, ਉਹ ਖਿੱਚ ਜਾਂਦਾ ਹੈ ਵੀ ਇਹ ਮੇਰਾ ਗਲਤ ਕਿਵੇਂ ਹੋ ਗਿਆ ਯਾਰ, ਵੀ ਆਹ ਸੁਧਾਰ ਕਰੂਗਾ, ਉਹ ਕਾਪੀ ਤੇ ਲਿਖੂਗਾ। ਜਿਹੜੇ ਸਹੀ ਬੈਠੇ ਆ ਉਹ ਪੇਪਰ 'ਚ ਨਾ ਕੰਮ ਟੇਢਾ ਹੋਊਗਾ, ਚਿੰਤਾ ਨਾ ਕਰੋ। ਜਿਨ੍ਹਾਂ ਦਾ ਅੱਜ ਗਲਤ ਹੋਊਗਾ 1% ਵੀ ਚਿੰਤਾ ਨਹੀਂ ਕਰਨੀ। ਇਹ ਸੈਸ਼ਨ ਆਪਾਂ ਰੱਖੀ ਕਿਉਂ ਹੈ ਵੀ ਜਦੋਂ ਤੱਕ ਪੇਪਰ ਆਊਗਾ ਸਾਰੀਆਂ ਗਲਤੀਆਂ ਦਾ ਆਪਾਂ ਸੁਧਾਰ ਕਰ ਦੇਣਾ ਬਸ। ਠੀਕ ਹੈ, ਚਲੋ ਫਿਰ ਤਾਂ ਦਿਓ ਕਰਾਂ ਜਵਾਬ। 10ਵਾਂ ਸਵਾਲ ਆ ਗਿਆ। ਫਿਰ ਦੇਖਦੇ ਹਾਂ ਸਭ ਤੋਂ ਪਹਿਲਾਂ ਜਵਾਬ ਕੌਣ ਦੇਊਗਾ। ਕਹਿੰਦੇ ਗਵਰਨਰ ਆਪਦੇ ਅਹੁਦੇ ਤੇ ਉਦੋਂ ਤੱਕ ਰਹਿੰਦਾ ਹੈ ਜਦੋਂ ਤੱਕ ਕਹਿੰਦੇ ਰਾਸ਼ਟਰਪਤੀ ਨੂੰ ਸਵਾਦ ਆਉਂਦਾ ਹੈ ਵੀ ਹਾਂ ਬੰਦਾ ਘੈਂਟ ਆ ਓਏ। ਫਿਰ ਕਹਿੰਦੇ ਜਿਵੇਂ ਤੁਹਾਨੂੰ ਪਤਾ ਨਾ ਆਪਾਂ ਸੁਣਦੇ ਹੁੰਦੇ ਆ ਵੀ ਗਵਰਨਰ ਕੋਲੇ ਰਾਸ਼ਟਰਪਤੀ ਕੋਲੇ ਇਮਿਊਨਿਟੀ ਹੈ, ਵੀ ਆਪਾਂ ਇਹਨਾਂ ਨੂੰ ਕੋਰਟ 'ਚ ਆਪਾਂ ਇਹਨਾਂ ਨੂੰ ਸੰਮਨ ਨਹੀਂ ਭੇਜ ਸਕਦੇ, ਇਹਨਾਂ ਦੇ ਖਿਲਾਫ ਆਪਾਂ ਕ੍ਰਿਮੀਨਲ ਪ੍ਰੋਸੀਡਿੰਗ ਸਟਾਰਟ ਨਹੀਂ ਕਰ ਸਕਦੇ। ਉਹਦੇ ਬਿਹਾਫ ਤੇ ਆਪਣੀ ਸਟੇਟਮੈਂਟ ਦੂਜੀ ਹੈ। ਲੈ ਫਿਰ ਦੇਖਦੇ ਹਾਂ ਸਭ ਤੋਂ ਪਹਿਲਾਂ ਕੌਣ ਜਵਾਬ ਦਿੰਦਾ ਹੈ। ਹਰਪ੍ਰੀਤ ਕੌਰ ਨੇ ਜਵਾਬ ਦੇਤਾ ਸੀ। ਸੁਨੀਲ ਕੁਮਾਰ ਦਵਿੰਦਰ ਚਹਿਲ ਨੇ ਦਿੱਤਾ ਏ। ਮੈਂ ਹੁਣ ਸਾਰੇ ਆ ਦੇਖ ਐਡੇ ਸ਼ਰਾਰਤੀ ਆ ਨਾ, ਕਰਨ ਕਹਿੰਦਾ ਮੈਂ ਸਾਰੀ ਗਲਤ ਕਰੂੰਗਾ, ਕਰ ਲਾ, ਕੋਈ ਚੱਕਰ ਵਾਲੀ ਗੱਲ ਨਹੀਂ। ਦਿਓ ਵੀ ਜਵਾਬ ਸਾਰੇ ਬੰਦੇ। ਸੀ ਏ ਸੀ ਏ ਸੀ ਏ ਸੀ ਏ ਸੀ ਏ। ਦੱਬਤਾ ਬਸ ਕੰਮ, ਦੱਬਤਾ ਦੱਬਤਾ। ਵੈਰੀ ਗੁੱਡ। ਚਲੋ ਵੀ ਬਸ ਠੀਕ ਹੈ। ਸਭ ਦੇ ਆਨਸਰ ਫਿਰ ਮਿਕਸ ਜੀ ਆ ਗਏ, ਪਰ ਜ਼ਿਆਦਾਤਰ ਵੋਟਾਂ ਸੀ ਨੂੰ ਪਈਆਂ। ਸਟੇਟਮੈਂਟ ਪਹਿਲੀ ਕਹਿੰਦੇ ਬਿਲਕੁਲ ਸਹੀ ਹੈ ਬੱਚੋ। ਗਵਰਨਰ ਦੀ ਕੋਈ ਟਰਮ ਨਹੀਂ, ਆਈ ਨਹੀਂ ਵੀ ਕਿਹੜਾ ਬਣ ਗਿਆ 5 ਸਾਲ ਤੱਕ ਅੜਿਆ ਰਹੂਗਾ। ਇਹ ਤਾਂ ਸੈਂਟਰ ਸਰਕਾਰ ਦਾ ਜਸੂਸ ਹੈ। ਸੈਂਟਰ ਸਰਕਾਰ ਦਾ ਕੀ ਹੈ ਬੱਚੋ? ਜਸੂਸ। ਵੀ ਜਦੋਂ ਤੱਕ ਉਹ ਚਾਹੂਗੀ ਇਹ ਲਾਈ ਰੱਖਣਗੇ। ਤਾਂ ਹੀ ਆਪਾਂ ਕੀ ਸੁਣਦੇ ਹੁੰਦੇ ਆ, ਜਦੋਂ ਸੈਂਟਰ 'ਚ ਸਰਕਾਰ ਪਲਟਦੀ ਹੈ ਹਿੰਦੁਸਤਾਨ ਦੇ ਅੱਧੀਆਂ ਸਟੇਟਾਂ ਦੇ ਗਵਰਨਰ ਅਸਤੀਫੇ ਦੇ ਭੱਜੇ ਫਿਰਦੇ ਹੋਣ। ਪਤਾ ਹੈ ਵੀ ਭੈੜੀ ਕਰਨਗੇ, ਆਪਣਾ ਨਾਲ ਖੜੀ ਕਰਨਗੇ। ਹੁਣ ਸਰਕਾਰ ਪਲਟ ਗਈ ਸੈਂਟਰ 'ਚ। ਜਿਹਨੇ ਸਰਕਾਰ ਪਹਿਲਾਂ ਹੁੰਦੀ ਹੈ ਕਿਉਂਕਿ ਉਹਨਾਂ ਨੇ ਆਪਦੇ ਗਵਰਨਰ ਅਪੁਆਇੰਟ ਕਰ ਰੱਖੇ ਹੁੰਦੇ ਹੈ। ਇਹ ਤਾਂ ਰਾਸ਼ਟਰਪਤੀ ਸਵਾਦ ਵਾਲੀ ਗੱਲ ਹੈ। ਦੂਜੀ ਗੱਲ ਕਹਿੰਦੇ ਗਵਰਨਰ ਇਜ਼ ਨਾਟ ਇਮਿਊਨ। ਇਹ ਹੋ ਗਿਆ ਗਲਤ, ਕਿਉਂਕਿ ਬੱਚੋ ਜਦੋਂ ਆਪਾਂ ਕ੍ਰਿਮੀਨਲ ਪ੍ਰੋਸੀਡਿੰਗ ਦੀ ਗੱਲ ਕਰਦੇ ਹਾਂ ਤਾਂ ਚਾਹੇ ਹੋਵੇ ਪ੍ਰੈਜ਼ੀਡੈਂਟ ਤੇ ਚਾਹੇ ਹੋਵੇ ਗਵਰਨਰ, ਦੋਨਾਂ ਨੂੰ ਹੀ ਇਮਿਊਨਿਟੀ ਹੈ ਬੱਚੋ। ਦੋਨਾਂ ਨੂੰ ਹੀ ਕੀ ਹੈ? ਦੋਨਾਂ ਨੂੰ ਹੀ ਇਮਿਊਨਿਟੀ ਹੈ। ਦੋਨਾਂ ਦੇ ਖਿਲਾਫ ਹੀ ਕ੍ਰਿਮੀਨਲ ਪ੍ਰੋਸੀਡਿੰਗ ਸਟਾਰਟ ਨਹੀਂ ਹੋ ਸਕਦੀ ਜਿੰਨਾ ਚਿਰ ਇਹ ਦੋਨੇ ਬੰਦੇ ਅਹੁਦੇ ਤੇ ਬੈਠੇ ਹੈ। ਤਾਂ ਹੀ ਇਹ ਬੰਦੇ ਅਹੁਦਿਆਂ ਤੇ ਬਹੁਤ ਸੋਚ ਸਮਝ ਕੇ ਬਿਠਾਉਣੇ ਪੈਂਦੇ ਹੈ। ਉਹਨਾਂ ਦਾ ਟਰੈਕ ਰਿਕਾਰਡ ਚੈੱਕ ਕਰਨਾ ਪੈਂਦਾ ਹੈ। ਬਹੁਤ ਲੋਕ ਪਤਾ ਕੀ ਕਹਿੰਦੇ ਸੀਗੇ ਵੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਰਾਸ਼ਟਰਪਤੀ ਨਹੀਂ ਬਣਾਇਆ। ਉਹ ਟਰੈਕ ਰਿਕਾਰਡ ਚੈੱਕ ਕਰਨਾ ਪੈਂਦਾ ਹੁੰਦਾ ਵੀ ਕੀ ਉਹ ਬੰਦਾ ਆਪਾਂ ਬਣਾ ਦਈਏ, ਕੱਲ ਨੂੰ ਕੋਈ ਜੱਬ ਖੜਾ ਹੋ ਜਾਏ, 100 ਕੇਸ ਚੱਲੀ ਜਾਂਦੇ ਹੈ। ਉਧਰੋਂ ਕ੍ਰਿਮੀਨਲ ਪ੍ਰੋਸੀਡਿੰਗ ਆਪਾਂ ਸਟਾਰਟ ਨਹੀਂ ਕਰ ਸਕਦੇ। ਬਹੁਤੇ ਗਵਰਨਰ ਸੀ, ਰਾਜਸਥਾਨ ਦਾ ਗਵਰਨਰ ਹੈ, ਬਹੁਤ ਸਰਕਾਰਾਂ ਜਾਣ ਕੇ ਅਪੁਆਇੰਟ ਕਰਤੇ, ਥੋਪਤਾ ਵੀ ਹੁਣ ਤੇਰਾ ਐਸ਼ ਕਰ, ਬਾਅਦ ਚ ਦੇਖਾਂਗੇ ਆਪਾਂ ਕੀ ਬਣਦਾ। ਹਾਂ ਉਹ ਪਤਾ ਕੀ ਹੁੰਦਾ, ਉਹ ਸਿਵਲ ਪ੍ਰੋਸੀਡਿੰਗ ਹੁੰਦੀ ਹੈ। ਸਿਵਲ ਪ੍ਰੋਸੀਡਿੰਗ ਆਪਾਂ ਦੋਨਾਂ ਦੇ ਖਿਲਾਫ ਚਲਾ ਸਕਦੇ ਹਾਂ 2 ਮਹੀਨੇ ਦਾ ਨੋਟਿਸ ਦੇ ਕੇ। ਪਰ ਇੱਥੇ ਕ੍ਰਿਮੀਨਲ ਦੀ ਗੱਲ ਹੀ ਹੁੰਦੀ ਹੈ ਪੇਪਰ ਦੇ ਵਿੱਚ। ਆਪਾਂ ਨੂੰ ਪੁੱਛਿਆ ਸਹੀ ਤਾਂ ਆਨਸਰ ਆ ਗਿਆ ਏ। ਕੰਮ ਹੋ ਗਿਆ ਟੇਢਾ। ਸਾਰਿਆਂ ਨੇ ਕਿਹਾ ਸੀ। ਹਾਂ ਆਜੋ ਮਿੱਤਰੋ ਸਾਰੇ ਸੀ 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 ਕਰੀਏ। ਪੀ ਸੀਸੀਆਂ ਆ ਜਾਂਦੇ ਹੋ। ਦੱਸੋ ਹੁਣ ਇਹ ਤਾਂ ਆਨਸਰ ਏ ਨਿਕਲਿਆ ਆ ਬੱਚੋ। ਇੱਥੋਂ ਆਨਸਰ ਫਿਰ ਮੈਂ ਤੁਹਾਨੂੰ ਸਟਾਰਟਿੰਗ ਤੋਂ ਕੀ ਕਿਹਾ ਸੀ ਵੀ ਅੱਜ ਦਾ ਸੈਸ਼ਨ ਬਹੁਤ ਹੀ ਟੈਂਪਰਾਮੈਂਟ ਵਾਲਾ ਹੋਊਗਾ, ਪੇਸ਼ੈਂਸ ਵਾਲਾ ਹੋਊਗਾ। ਹਰ ਚੀਜ਼ ਨੂੰ ਸਮਝ ਕੇ ਫਿਰ ਟਕਲਾਉਣਾ ਪਊਗਾ। ਮੈਂ ਫਿਰ ਕਹਿ ਰਿਹਾ ਜਿਹੜੇ ਬੱਚੇ ਪੋਲਿਟੀ ਫਸਟ ਟਾਈਮ ਕਰ ਰਹੇ ਹੈ ਉਹਨਾਂ ਨੇ ਸਾਰੇ ਕੰਸੈਪਟ ਜਿਹੜੇ ਆਪਾਂ ਸਿੱਖ ਰਹੇ ਹਾਂ ਇਹ ਪ੍ਰੋਪਰ ਨੋਟ ਕਰਨੇ ਹੈ। ਜਿਨ੍ਹਾਂ ਬੱਚੇ ਪਹਿਲਾਂ ਪੋਲਿਟੀ ਕੀਤੀ ਹੋਈ ਹੈ ਉਹਨਾਂ ਨੂੰ ਸਖਤ ਰਿਵੀਜ਼ਨ ਦੀ ਲੋੜ ਹੈ, ਆਪਦੇ ਫੰਡੇ ਹੋਰ ਕਲੀਅਰ ਕਰਨ ਦੀ ਲੋੜ ਹੈ। ਠੀਕ ਹੈ ਨਾ। ਐਮਏ ਵਾਲਾ ਸੀ, ਗਲਤ ਹੋ ਗਿਆ। ਮੈਂ ਤਾਂ ਇਹ ਕਿਹਾ ਸੀ। ਦੇਖ ਵੈਬਤੀ ਕਿੰਨੇ ਆ, ਗਲਤ ਹੋ ਗਿਆ। ਅਨਾਮਿਕਾ ਦਾ ਵੀ ਗਲਤ ਹੋ ਗਿਆ। ਸਪੀਕਰ ਦੀ ਕੀ ਪਾਵਰ ਹੁੰਦੀ ਹੈ? ਸਪੀਕਰ ਕੋਲੇ ਪਾਵਰ ਕਿਹੜੀ ਹੋਣੀ ਹੈ? ਸਪੀਕਰ ਲੀਡਰ ਹੈ ਹਾਊਸ ਦਾ।
ਸਪੀਕਰ ਲੋਕ ਸਭਾ ਦਾ ਲੀਡਰ ਹੈ, ਪਾਵਰ ਦਾ ਹੁਣ ਲੀਡਰ ਹੈ, ਉਹਦਾ ਅਹੁਦਾ ਕੈਬਨਿਟ ਮੰਤਰੀਆਂ ਨਾਲੋਂ ਜ਼ਿਆਦਾ ਹੁੰਦਾ ਹੈ। ਹਿੰਦੁਸਤਾਨ 'ਚ 7ਵੇਂ ਰੈਂਕ ਦਾ ਬੰਦਾ ਹੈ ਸਪੀਕਰ, 7ਵੇਂ ਰੈਂਕ ਦਾ ਬੰਦਾ, ਐਡੀ ਵੱਡੀ ਪਾਵਰ ਹੈ। ਦੂਜੀ ਗੱਲ, ਮੰਨ ਲਓ ਕਿ ਹਾਊਸ 'ਚ ਬਿੱਲ ਅੜ ਗਿਆ, ਅੜ ਗਿਆ ਮਤਲਬ ਵੋਟਾਂ ਆਪਾਂ ਕਹਿ ਦਈਏ ਬਰਾਬਰ ਪੈ ਗਈਆਂ, ਉਨੀਆਂ ਵੋਟਾਂ ਹਾਂ ਵਾਲੀਆਂ ਪੈ ਗਈਆਂ, ਉਨੀਆਂ ਨਾ ਵਾਲੀਆਂ ਪੈ ਗਈਆਂ, ਫਿਰ ਸਾਰਿਆਂ ਦੀ ਨਜ਼ਰ ਕਿਤੇ ਜਾਊਗੀ, ਸਾਰਿਆਂ ਦੀ ਫਿਰ ਨਜ਼ਰ ਜਾਊਗੀ ਸਪੀਕਰ ਤੇ, ਵੀ ਲੈ ਵੀ ਮਿੱਤਰੋ ਸਪੀਕਰ ਪਾਊਗਾ ਵੋਟ। ਫਿਰ ਸਪੀਕਰ ਦੀ ਵੋਟ ਨੂੰ ਪਤਾ ਕੀ ਕਹਿੰਦੇ ਹੈ? ਕਾਸਟਿੰਗ ਵੋਟ। ਕੀ ਕਹਿੰਦੇ ਹੈ? ਕਾਸਟਿੰਗ ਵੋਟ। ਠੀਕ ਹੈ ਅਰੋੜਾ ਸਾਹਿਬ, ਬਾਕੀ ਆਪਾਂ ਦੇਖਾਂਗੇ। ਵੈਰੀ ਗੁੱਡ ਸੁਨੀਲ, ਵੈਰੀ ਗੁੱਡ, ਵੈਰੀ ਗੁੱਡ। ਹਾਂ, ਆ ਤਨਖਾਹਾਂ ਵਾਲਾ ਮੁੱਦਾ ਬੜਾ ਉਲਝਾਉਂਦਾ ਬਈ। ਕਹਿੰਦੇ ਤੁਹਾਨੂੰ ਪਤਾ ਹੀ ਹੈ ਜਿਹੜਾ ਬੱਚੋ ਆਪਣਾ ਵਾਈਸ ਪ੍ਰੈਜ਼ੀਡੈਂਟ ਹੈ, ਕਹਿੰਦੇ ਜਦੋਂ ਇਹ ਪ੍ਰੈਜ਼ੀਡੈਂਟ ਐਕਟ ਕਰਦਾ ਹੈ ਫਿਰ ਕਹਿੰਦੇ ਤਨਖਾਹ ਕਾਦੀ ਮਿਲੂ। ਸਿੱਧਾ ਸਵਾਲ ਹੈ यार, अरे भाई सीधा सवाल है। ए 11वें ਦਾ ए ਮਲੋਟ ਵਾਲੇ ਨੇ ਕਿਹਾ ਵਿੱਚ 3 ਸਿਓ ਧਰ ਕੇ ਕਹਿੰਦਾ ਇਹ ਹੈ। ਵੈਰੀ ਗੁੱਡ ਬਈ, ਵੈਰੀ ਗੁੱਡ, ਜਮਾ ਸਹੀ ਹੈ। ਉਹ ਸਿੱਧਾ ਯਾਦ ਰੱਖੋ ਯਾਰ, ਉਹ ਬੰਦਾ ਜਿਹੋ ਜੀ ਪੋਸਟ ਤੇ ਬੈਠਾ ਤਨਖਾਹ ਉਦੋਂ ਹੀ ਮਿਲੂ। ਤੁਹਾਨੂੰ ਮੈਂ ਅੱਜ ਹੋਰ ਨਵੀਂ ਗੱਲ ਦੱਸਾਂ। ਪਹਿਲੀ ਗੱਲ ਤਾਂ ਬੱਚੋ ਵਾਈਸ ਪ੍ਰੈਜ਼ੀਡੈਂਟ ਦੀ ਕੋਈ ਸੈਲਰੀ ਕੋਈ ਨਹੀਂ ਹੁੰਦੀ, ਚੱਕ ਲਓ। ਮੈਂ ਕੀ ਕਿਹਾ ਤੁਹਾਨੂੰ? ਵਾਈਸ ਪ੍ਰੈਜ਼ੀਡੈਂਟ ਦੀ ਕੋਈ ਸੈਲਰੀ ਕੋਈ ਨਹੀਂ ਹੁੰਦੀ। ਤੁਸੀਂ ਕਹੋਗੇ ਸਰ ਨੇ ਗਲਤ ਦੱਸਤਾ, ਇਹਨੂੰ ਪੈਸੇ ਤਾਂ ਮਿਲਦੇ ਐ, ਇਹਨੂੰ ਸੈਲਰੀ ਮਿਲਦੀ ਹੈ, ਇਹਨੂੰ ਸੈਲਰੀ ਮਿਲਦੀ ਹੈ ਪਤਾ ਕਾਹਦੀ? ਚੇਅਰਮੈਨ ਆਫ ਰਾਜ ਸਭਾ ਦੀ, ਚੇਅਰਮੈਨ ਆਫ ਰਾਜ ਸਭਾ ਦੀ ਸੈਲਰੀ ਮਿਲਦੀ ਹੈ। ਕਿਉਂਕਿ ਰਾਜ ਸਭਾ ਚੇਅਰਮੈਨ ਕੌਣ ਹੁੰਦਾ ਹੈ? ਵਾਈਸ ਪ੍ਰੈਜ਼ੀਡੈਂਟ ਹੁੰਦਾ ਹੈ। ਬੜੀ ਸਿੰਪਲ ਜੀ ਗੱਲ ਆਪਾਂ ਯਾਦ ਰੱਖਣੀ ਸੀ। ਠੀਕ ਹੈ, ਹੁਣ ਸਾਰੇ ਏ ਕਹਿਣ ਲੱਗ ਗਏ। ਪਹਿਲਾਂ ਕੋਈ ਬੋਲਦਾ ਨਹੀਂ, ਰੀਸ ਤਾਂ ਦੇਖ ਨਹੀਂ ਕਰਦੇ ਹੈ, ਪਹਿਲਾਂ ਦੱਸੀਦਾ ਹੁੰਦਾ। ਹਲੇ ਵਿੱਚ ਕੋਈ ਗਲਤ ਲਾਊਗਾ, ਪਹਿਲੀ ਨਹੀਂ ਹਟਦਾ ਆਪਣਾ, ਇੱਕ ਅੱਧਾ ਤਾਂ ਆਊਗਾ ਹੀ ਆਊਗਾ। ਚਲੋ ਫਿਰ ਅਗਲਾ ਸਵਾਲ, ਆਹ ਸਵਾਲ ਬੜਾ ਉਲਝਾਉਂਦਾ ਬਈ। ਕਿਵੇਂ ਉਲਝਾਉਂਦਾ? ਵੀ ਕੌਣ ਸਹੁੰ ਕਿਹਨੂੰ ਚੁਕਾਉਂਦਾ? ਬੜਾ ਜੱਬ ਖੜਾ ਹੋਇਆ ਯਾਰ। ਹੁਣ ਆਪਾਂ ਤਾਂ ਸਹੁੰ ਘਰੇ ਮਿੰਟ ਚੱਕ ਲਈਦੀ ਹੈ, ਨਾ ਅੱਗਾ ਦੇਖੀ ਦਾ, ਨਾ ਪਿੱਛਾ ਦੇਖੀ ਦਾ, ਨਾ ਝੂਠ ਦੇਖੀ ਦਾ, ਨਾ ਸੱਚ ਦੇਖੀ ਦਾ, ਸਹੁੰ ਦੱਬ ਦੇਈਦੇ ਸਹੁੰ ਲੱਗੇ। ਪਰ ਇੱਥੇ ਤਾਂ ਨਹੀਂ ਐ ਪੁੱਛਦੇ, ਇਹ ਪੁੱਛਣਗੇ ਵੀ ਰਾਸ਼ਟਰਪਤੀ ਨੂੰ ਸਹੁੰ ਕੌਣ ਚੁਕਾਉਂਦਾ ਹੈ? ਕਹਿੰਦੇ ਵਾਈਸ ਪ੍ਰੈਜ਼ੀਡੈਂਟ। ਵਾਈਸ ਪ੍ਰੈਜ਼ੀਡੈਂਟ ਕਹਿੰਦੇ ਸਹੁੰ ਕੌਣ ਚੁਕਾਉਂਦਾ ਹੈ? ਚੀਫ ਜਸਟਿਸ ਆਫ ਇੰਡੀਆ। ਕਹਿੰਦੇ ਗਵਰਨਰ ਨੂੰ ਸਹੁੰ ਕੌਣ ਚੁਕਾਉਂਦਾ ਹੈ? ਪ੍ਰੈਜ਼ੀਡੈਂਟ ਆਫ ਇੰਡੀਆ। ਲੈ ਆਹ ਦੱਸ ਦੋ ਵੀ ਕਿਹੜਾ ਮੈਚ ਹੈ ਕਿ ਸਾਰੇ ਸਹੀ ਮੈਚ ਕੀਤੇ ਹੈ। ਲੈ ਦੇਖਦੇ ਸਭ ਤੋਂ ਬਸ ਆਖਰੀ ਸਵਾਲ ਹੈ ਬੱਚੋ, ਦੇਖਦੇ ਹਾਂ ਫਿਰ ਆਪਾਂ। ਪੋਲੀਟੀਕਲ ਸਾਇੰਸ ਤੋਂ ਵੀ ਔਖੀ ਹੈ। ਸਿਮਰਨਦੀਪ ਸਿੰਘ ਆਪਾਂ ਪੜ੍ਹੀ ਨਹੀਂ ਪਹਿਲਾਂ, ਠੀਕ ਹੈ, ਤਾਂ ਚਿੰਤਾ ਨਾ ਕਰੋ। ਲਾਲੀ ਪੰਗੂ ਦੱਸੋ ਬਈ, ਬੜੇ ਦੰਦ ਦਿਖਾ ਰਹੇ ਹੋ। ਮੈਂ ਤਾਂ ਅੱਜ ਹੀ ਕੈਚ ਚੜਾ ਕੇ ਲਿਆ। 12ਵੇਂ ਦਾ ਡੀ ਕਹਿ ਰਿਹਾ ਬੱਚੇ, ਕਿਆ ਬਾਤ ਹੈ। 12ਵੇਂ ਦਾ ਮਲੋਟ ਵਾਲੇ ਨੇ ਫੇਰ ਡੀ ਕਿਹਾ, ਰਮਨ ਕੰਬੋਜ ਨੇ ਬੀ ਕਿਹਾ, ਹਰਪ੍ਰੀਤ ਕੌਰ ਨੇ ਬੀ ਕਿਹਾ, ਅਮਨ ਸ਼ਰਮਾ ਨੇ ਸੀ ਕਿਹਾ। ਲਓ ਵੀ ਅਮਨ ਸ਼ਰਮਾ ਤੇ ਹਰਪ੍ਰੀਤ ਕੌਰ ਚੋਂ ਦੇਖਦੇ ਹਾਂ ਦੋਨਾਂ ਚ ਕਿਹੜਾ ਸਹੀ ਹੈ। ਦੋਨਾਂ ਨੇ ਬੀ ਤੇ ਸੀ ਕਿਹਾ। ਲੈ ਵੀ ਹਰਪ੍ਰੀਤ, ਲੈ ਵੀ ਅਮਨ ਸਿਆਂ, ਦੋਨਾਂ ਦਾ ਟੈਂਪੂ ਟੇਢਾ, ਦੋਨਾਂ ਦੀ ਗਲਤ ਹੈ, ਦੋਨਾਂ ਦਾ ਹੀ ਗਲਤ ਹੈ। ਜਿਨ੍ਹਾਂ ਨੇ ਕਿਹਾ ਬੱਚੋ ਸੀ, all are true। ਕਿਆ ਬਾਤ ਹੈ। ਅਮਰਜੀਤ ਕਹਿੰਦੀ all are true। ਉਹ ਤਾਂ ਆਪਸ਼ਨ ਚ ਹੀ ਹੈ ਨਹੀਂ, ਡਾਟੀ ਫੈਲੋਸ, ਉਹ ਤਾਂ ਆਪਸ਼ਨ ਚ ਹੀ ਹੈ ਨਹੀਂ। ਉਹ ਸਭ ਸਹੀ ਤਾਂ ਆਪਸ਼ਨ ਚ ਹੀ ਹੈ ਨਹੀਂ। ਤੁਸੀਂ ਪੜ੍ਹੀ ਕੀ ਜਾਂਦੇ ਹੋ ਸੱਚੀ? ਮਤਲਬ ਉਹ ਕੀ ਖਾਈ ਪੀ ਬੈਠੇ ਹੋ ਕਿ ਹੋਰ ਜ਼ੂਮ ਕਰਾਂ? 1 and 2, 1 and 3, 2 and 3, none of these। ਉਹ ਸਾਰੇ ਤਾਂ ਸਹੀ ਹੋ ਸਕਦੇ ਨਹੀਂ, ਬਸ ਰਹਿਣ ਦੋ, ਹੈ ਨਹੀਂ ਤੁਸੀਂ ਪੁੱਛਣ ਵਾਲੇ। ਇੱਥੇ ਆਂਸਰ ਆਊਗਾ none of these। ਕੋਈ ਵੀ ਸਹੀ ਨਹੀਂ ਲਿਖਿਆ, ਕਿਉਂਕਿ ਪ੍ਰੈਜ਼ੀਡੈਂਟ ਨੂੰ ਸਹੁੰ ਕੌਣ ਚੁਕਾਉਂਦਾ ਹੈ? ਚੀਫ ਜਸਟਿਸ ਆਫ ਇੰਡੀਆ। ਇਹਨੂੰ ਸਹੁੰ ਕੌਣ ਚੁਕਾਉਂਦਾ ਹੈ? ਚੀਫ ਜਸਟਿਸ ਆਫ ਇੰਡੀਆ, ਚੀਫ ਜਸਟਿਸ ਆਫ ਇੰਡੀਆ। ਵਾਈਸ ਪ੍ਰੈਜ਼ੀਡੈਂਟ ਨੂੰ ਸਹੁੰ ਕੌਣ ਚੁਕਾਉਂਦਾ ਹੈ? ਆਪਾਂ ਟਿਕ ਲਾਵਾਂਗੇ ਪ੍ਰੈਜ਼ੀਡੈਂਟ ਆਫ ਇੰਡੀਆ। ਕੋਈ ਵੀ ਨਹੀਂ ਸਹੀ ਸੀ। ਗਵਰਨਰ ਨੂੰ ਸਹੁੰ ਕੌਣ ਚੁਕਾਉਂਦਾ ਹੈ? ਚੀਫ ਜਸਟਿਸ ਆਫ ਹਾਈ ਕੋਰਟ। ਚੱਕੋ ਬਈ, ਆਂਸਰ ਆ ਗਿਆ ਡੀ। ਗਵਰਨਰ ਨੂੰ ਅਪੁਆਇੰਟ ਕਰਦਾ ਰਾਸ਼ਟਰਪਤੀ, ਗਵਰਨਰ ਨੂੰ ਅਪੁਆਇੰਟ ਰਾਸ਼ਟਰਪਤੀ ਕਰਦਾ। ਤੇ ਜੇ ਗਵਰਨਰ ਨੇ ਅਸਤੀਫਾ ਦੇਣਾ ਹੋਵੇ, ਜੇ ਗਵਰਨਰ ਨੇ ਅਸਤੀਫਾ ਮਤਲਬ ਬੱਚੋ ਰੈਜ਼ਿਗਨੇਸ਼ਨ ਦੇਣਾ ਹੋਵੇ, ਕਿਹਨੂੰ ਦਿੰਦਾ ਹੈ?
ਆਪਾਂ ਟਿਕ ਲਾਵਾਂਗੇ ਪ੍ਰੈਜ਼ੀਡੈਂਟ ਨੂੰ। ਬੜੇ ਹੀ ਕੁਝ ਸਿੱਖਣ ਨੂੰ ਮਿਲਿਆ। ਕਮੈਂਟ ਛੱਡ ਕੇ ਨਾ ਵਿੱਚ ਦੀ ਨਾਲ ਕੁਝ ਨੋਟ ਵੀ ਕਰ ਲਿਆ ਕਰੋ। ਦੱਬੀ ਤੁਰੀ ਜਾਂਦੇ ਹੋ, ਜਦੋਂ ਮਰਜ਼ੀ ਦੇਖ ਲਾ ਮੈਂ ਟੱਪੀ ਜਾਂਦੇ ਆ। ਪੜ੍ਹਦੇ ਪੜ੍ਹ ਵੀ ਲਿਆ ਕਰੋ ਮਾੜਾ ਮੋਟਾ ਨਾਲ। ਕਹਿੰਦੇ ਗਵਰਨਰ ਨੂੰ ਅਪੁਆਇੰਟ ਕੌਣ ਕਰਦਾ ਹੈ? ਸਹੁੰ ਕੌਣ ਚੁਕਾਉਂਦਾ ਹੈ? ਚੀਫ ਜਸਟਿਸ ਆਫ ਹਾਈ ਕੋਰਟ। ਇਹਨੂੰ ਅਪੁਆਇੰਟ ਕਰਦਾ ਰਾਸ਼ਟਰਪਤੀ। ਅਪੁਆਇੰਟ ਰਾਸ਼ਟਰਪਤੀ ਕਰਦਾ ਹੈ ਤੇ ਗਵਰਨਰ ਨੂੰ, ਜੇ ਗਵਰਨਰ ਨੇ ਅਸਤੀਫਾ ਦੇਣਾ ਕਿਹਨੂੰ ਦਿੰਦਾ ਹੈ? ਤਾਂ ਆਪਾਂ ਟਿਕ ਲਾਵਾਂਗੇ ਰੈਜ਼ੀਗਨੇਸ਼ਨ। ਕਿਹਨੂੰ ਦਿੰਦਾ ਹੈ? ਪ੍ਰੈਜ਼ੀਡੈਂਟ ਨੂੰ। ਤੇ ਤੁਹਾਨੂੰ ਪਤਾ ਹਾਂ ਪ੍ਰੈਜ਼ੀਡੈਂਟ ਜਿਹੜਾ ਬੱਚੋ ਪ੍ਰੈਜ਼ੀਡੈਂਟ ਹੈ, ਇਹ ਤਾਂ ਨਾਂ ਲਿਖੋ, ਦਿਮਾਗ ਫਿੱਟ ਕਰ ਲਓ। ਪ੍ਰੈਜ਼ੀਡੈਂਟ ਹਮੇਸ਼ਾ ਅਸਤੀਫਾ ਦਿੰਦਾ ਹੈ ਵਾਈਸ ਪ੍ਰੈਜ਼ੀਡੈਂਟ ਨੂੰ। ਵਾਈਸ ਪ੍ਰੈਜ਼ੀਡੈਂਟ ਹਮੇਸ਼ਾ ਅਸਤੀਫਾ ਦਿੰਦਾ ਪ੍ਰੈਜ਼ੀਡੈਂਟ ਨੂੰ। ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਨੂੰ, ਵਾਈਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਨੂੰ, ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਨੂੰ, ਵਾਈਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਨੂੰ, ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਨੂੰ। ਸੋ ਈਜ਼ੀ। ਸਪੀਕਰ ਅਸਤੀਫਾ ਦਿੰਦਾ ਡਿਪਟੀ ਸਪੀਕਰ ਨੂੰ, ਡਿਪਟੀ ਸਪੀਕਰ ਦਿੰਦਾ ਸਪੀਕਰ ਨੂੰ। ਬਸ ਕੁਝ ਵੀ ਨਹੀਂ ਕਰਨਾ, ਧੌਣ ਘਮਾਉਣੀ ਹੈ, ਨਾਲੇ ਆਪਣੇ ਕੀ ਹੈ ਪ੍ਰੈਕਟਿਸ ਹੋ ਜਾਣੀ ਹੈ ਬਸ। ਲਓ ਵੀ ਹੁਣ ਤੁਸੀਂ ਐਂ ਦੱਸੋ ਪਹਿਲਾਂ ਵੀ ਅੱਜ ਦੇ ਕੁਐਸਚਨ ਕਿਵੇਂ ਲੱਗੇ? ਅੱਜ ਦੇ ਸਵਾਲ ਕਿਵੇਂ ਲੱਗੇ ਬੱਚੋ? ਕੋਈ ਆਪਦਾ ਰਿਕਮੈਂਡੇਸ਼ਨ ਦੇਣਾ? ਸਭ ਦੇ ਟੇਢਾ ਹੋ ਗਏ ਤਾਂ ਪਤੀ ਸੀ। ਸੈਲਰੀਆਂ ਵੀ ਦੇਖਾਂਗੇ ਆਪਾਂ, ਐਲਨ ਮਸਕ ਬਰਾਡ ਸੈਲਰੀਆਂ ਵੀ ਦੇਖਾਂਗੇ। ਪੋਲਿਟਿਕ ਕਿੰਨੇ ਦਿਨ ਚੱਲੂਗੀ? ਬਸ ਅਗਲੇ ਹਫਤੇ ਤੱਕ ਨਿਬੇੜ ਦਾਂਗੇ, ਬੜੀ ਗੱਲ ਹੈ। ਅੱਛਾ ਆਪਸ ਚ ਖੇਡਦੇ ਰਹਿੰਦੇ ਆ, ਚਲੋ ਵਧੀਆ। ਨਵਦੀ ਇੱਥੇ ਕਮੈਂਟ ਜੀ ਦਾ ਬਹੁਤ ਲੱਗਦਾ ਹੋਊਗਾ, ਪਰ ਮੈਂ ਤਾਂ ਬਸ ਮਜਬੂਰੀ ਹੈ ਵੀ ਮੈਂ ਕਮੈਂਟ ਬਾਹਲਾ ਟਾਈਮ ਪੜ੍ਹ ਨਹੀਂ ਸਕਦਾ, ਕਿਉਂਕਿ ਮੈਂ ਕਮੈਂਟਾਂ ਵੱਲ ਜਦੋਂ ਦੇਖਦਾ ਹਾਂ ਕਲਾਸ ਸਟੇਬਲ ਜਿਹੀ ਹੋ ਜਾਂਦੀ ਹੈ, ਸ਼ਾਂਤ ਜਿਹੀ ਹੋ ਜਾਂਦੀ ਹੈ। ਬੁਰਾ ਲੱਗਦਾ ਫਿਰ ਨਾ, ਟਾਈਮ ਜਿਹਾ ਵੇਸਟ ਵਾਲਾ ਹੋ ਜਾਂਦਾ। ਤੁਸੀਂ ਆਪਦੀ ਮੌਜ ਮਸਤੀ ਕਰੀ ਜਾਇਆ ਕਰੋ, ਹੋਰ ਤੁਸੀਂ ਕੀ ਕਰਨਾ। ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ। ਵੈਰੀ ਗੁੱਡ, ਠੀਕ ਹੈ ਵੀ, ਵੈਰੀ ਗੁੱਡ। ਅੱਜ ਦੇ ਸਵਾਲ ਜਿਹੜੇ ਬੈਸਟ ਲੱਗੇ ਆਪਾਂ ਨੂੰ। ਕੰਪਲੈਕਸ ਸਵਾਲ ਸੀ, ਮੋਡਰੇਟ ਲੈਵਲ ਹੈ। ਗੁਲਸ਼ਨ ਸਾਹਿਬ ਕਹਿੰਦੇ ਠੀਕ ਹੈ ਵੀ, ਠੀਕ ਹੈ। ਕੰਪਲੈਕਸ ਹੈ, ਮਾਡਰਨ ਹੈ, ਬੈਸਟ ਹੈ। ਚਲੋ ਠੀਕ ਹੈ ਵੀ। ਓਵਰਆਲ ਮੇਰੇ ਹਿਸਾਬ ਨਾਲ ਜਿਹੜੇ ਬੱਚੇ ਪੋਲਿਟੀ ਵਧੀਆ ਪਹਿਲਾਂ ਪੜ੍ਹੀ ਬੈਠੇ ਹੈ, ਉਹਨਾਂ ਨੂੰ ਵੀ ਕੁਝ ਨਵੀਂ ਲੱਗਿਆ ਹੋ ਮੇਰੇ ਹਿਸਾਬ ਨਾਲ। ਬਾਕੀ ਜਿਹੜੇ ਬੱਚੇ ਹੈ ਹੀ ਫਰੈਸ਼ਰ ਪੋਲਿਟੀ ਦੇ ਵਿੱਚ, ਹਾਂ ਭੁਲੇਖੇ ਕੱਢਤੇ ਅੱਜ। ਤੇ ਜਿਹੜੇ ਬੱਚੇ ਹੈ ਹੀ ਪਹਿਲੀ ਵਾਰ, ਉਹਨਾਂ ਨੂੰ ਤਾਂ ਫਿਰ ਔਖਾ ਬਿਲਕੁਲ ਲੱਗਣਾ। ਠੀਕ ਹੈ। ਪ੍ਰੈਜ਼ੀਡੈਂਟ ਈਅਰ ਦੀ 9 ਲੱਖ, ਇਹ ਕੀ ਹੈ? ਕਿ ਤੁਸੀਂ ਪੂਰਾ ਮੈਨੂੰ ਸਮਝ, ਕਮੈਂਟ ਤੁਸੀਂ ਕਿਵੇਂ ਦੇਖ ਕੇ ਪਾ ਦਿੰਦੇ ਹੋ? ਹੁਣ ਲਾਈਨ ਕੀ ਬਣੀ? ਪ੍ਰੈਜ਼ੀਡੈਂਟ ਈਅਰ ਦੀ 9 ਲੱਖ। ਲੱਭੋ ਚਲੋ ਕੀ ਆ ਹੁਣ ਇਹ? ਹਾਂ ਦੁਬਾਰਾ ਦੇਖ ਕੇ ਟੈਂਪੂ ਸਿੱਧਾ ਕਰ ਲਿਓ। ਵੈਰੀ ਗੁੱਡ। ਚਲੋ ਠੀਕ ਹੈ ਫਿਰ। ਹੁਣ ਕਮੈਂਟ ਸੁਪਰ ਫਾਸਟ ਹੋ ਗਏ ਬਈ, ਕਮੈਂਟ ਹੁਣ ਹੋ ਗਏ ਸੁਪਰ ਫਾਸਟ। ਤੇ ਕੁੱਲ ਮਿਲਾ ਕੇ ਆਪਾਂ ਨੂੰ ਹੁਣ ਸਮਝ ਘੱਟ ਹੀ ਆਊਗਾ ਵੀ ਕੌਣ ਕੀ ਬੋਲ ਰਿਹਾ। ਜਦੋਂ ਅੱਖਾਂ ਵਿੱਚ ਹੀ ਪੜ੍ਹਦੇ ਆ ਉਦੋਂ ਅੱਖਾਂ ਟੱਪ ਜਾਂਦਾ, 2-3 ਕਮੈਂਟ ਇਕੱਠੇ ਮਿਕਸ ਜਿਹੇ ਹੋ ਜਾਂਦੇ ਆ। ਨੈਕਸਟ ਟੌਪਿਕ ਮੈਂ ਦੱਸ ਦੂੰਗਾ, ਠੀਕ ਹੈ। ਨੈਕਸਟ ਟੌਪਿਕ ਤੁਸੀਂ ਐਂ ਦੱਸਿਓ, ਐਂ ਕਰੋ ਜਿਹੜਾ ਆਪਣੇ ਹੁਣ ਵੀਡੀਓ ਦਾ ਥੱਲੇ ਤੁਸੀਂ ਕਮੈਂਟ ਕਰ ਦਿਓ, ਉੱਥੋਂ ਫਿਰ ਬਾਅਦ ਚ ਰੀਡ ਕਰ ਲੂੰਗਾ ਮੈਂ, ਠੀਕ ਹੈ। ਇਸ ਵੀਡੀਓ ਥੱਲੇ ਇੱਥੇ ਲਾਈਵ ਚੈਟ 'ਚ ਨਹੀਂ, ਬਾਅਦ ਚ ਕਮੈਂਟ ਕਰ ਦਿਓ ਵੀ ਨੈਕਸਟ ਟੌਪਿਕ ਦੇ ਤੁਸੀਂ ਕਿਹੜੀ ਪ੍ਰੈਕਟਿਸ ਕਰਨਾ ਚਾਹੁੰਦੇ ਹੋ। ਫਿਰ ਹੁਣ ਜ਼ਿਆਦਾ ਲੱਗਿਆ ਫਿਰ ਆਪਾਂ ਉਹ ਸਟਾਰਟ ਕਰ ਲਾਂਗੇ, ਠੀਕ ਹੈ। ਹਾਂ ਕਲਾਸ ਬੱਚੋ ਮੇਰੇ ਵੱਲੋਂ ਫਿਨਿਸ਼ ਹੈ। ਹਾਂ 5 ਲੱਖ ਹੈ ਪ੍ਰੈਜ਼ੀਡੈਂਟ ਦੀ। ਕੀ 5 ਲੱਖ ਹੈ ਪ੍ਰੈਜ਼ੀਡੈਂਟ ਦੀ ਸੈਲਰੀ? ਮਾਣੋ ਕਹਿੰਦੀ 56 ਇਹ ਵੀ ਦੱਸ ਦਾਂਗੇ। ਇਹ 'ਚ ਬੱਚੋ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਦੀ ਗੱਲ ਹੁੰਦੀ ਹੈ। ਇਲੈਕਸ਼ਨ ਆਫ ਪ੍ਰੈਜ਼ੀਡੈਂਟ, ਇਹ ਆਰਟੀਕਲ ਨੰਬਰ 56 ਹੈ। ਆਰਟੀਕਲ ਨੰਬਰ 57 ਚ ਕੀ ਲਿਖਿਆ ਹੈ ਵੀ ਰਾਸ਼ਟਰਪਤੀ ਨੂੰ ਕਿੰਨੇ ਵਾਰ ਮਰਜ਼ੀ ਚੁਣ ਲਓ। 58 ਚ ਕੀ ਲਿਖਿਆ ਹੈ ਕੁਆਲੀਫਿਕੇਸ਼ਨ। ਆਰਟੀਕਲ ਨੰਬਰ 60 ਚ ਕੀ ਲਿਖਿਆ ਹੈ ਵੀ ਰਾਸ਼ਟਰਪਤੀ ਨੂੰ ਸਹੁੰ ਕੌਣ ਚੁਕਾਉਂਦਾ ਹੈ? ਚੀਫ ਜਸਟਿਸ ਆਫ ਇੰਡੀਆ। 61 ਚ ਕੀ ਲਿਖਿਆ ਹੈ ਇੰਪੀਚਮੈਂਟ ਆਫ ਪ੍ਰੈਜ਼ੀਡੈਂਟ। ਆਰਟੀਕਲ ਨੰਬਰ 72 ਚ ਕੀ ਲਿਖਿਆ ਹੈ ਰਾਸ਼ਟਰਪਤੀ ਦੀਆਂ ਮਾਫੀ ਵਾਲੀਆਂ ਪਾਵਰਾਂ, ਜਿਹਨੂੰ ਬੋਲਦੇ ਹਾਂ ਬੱਚੋ ਆਪਾਂ ਪਾਰਡਨ ਪਾਵਰਸ। ਧੁੰਦਲਾ ਦਿਖਾਈ ਦੇ ਰਿਹਾ ਹੈ, ਪ੍ਰੈਸ ਬਾਇਓਪੀਆ ਹੋ ਗਿਆ ਫਿਰ ਤੁਹਾਨੂੰ। ਚਲੋ ਠੀਕ ਹੈ। ਕੋਈ ਡਾਊਟ ਕੋਈ ਲੱਗਦਾ ਤੁਹਾਨੂੰ ਫਿਰ? ਹਾਂ ਅਮੈਂਡਮੈਂਟਾਂ ਕਰਾਂਗੇ ਆਪਾਂ, 104 ਹੋ ਗਈਆਂ। ਚਲੋ ਠੀਕ ਹੈ ਬਈ ਫਿਰ। ਹੈ ਕੋਈ ਚੀਜ਼ ਨਵੀਂ ਹੋਰ ਤੁਹਾਨੂੰ ਚਾਹੀਦੀ ਹੈ? ਕਿਉਂਕਿ ਇੱਥੇ ਨਾ ਮੈਨੂੰ ਮਤਲਬ ਆਊਟਪੁੱਟ ਘੱਟ ਨਿਕਲਦੀ ਹੈ, ਟਾਈਮ ਵੇਸਟ ਜ਼ਿਆਦਾ ਹੈ। ਤੁਸੀਂ ਥੱਲੇ ਕਮੈਂਟ ਕਰ ਦਿਆ ਕਰੋ, ਜਾਂ ਸਿੱਧਾ ਤੁਸੀਂ ਮੈਨੂੰ ਮੇਰੇ WhatsApp ਦੀ ਮਤਲਬ ਕਰ ਦਿਓ ਵੀ ਸਾਨੂੰ ਸਰ ਆਹ ਡਾਊਟ ਆ ਰਿਹਾ, ਸਾਨੂੰ ਆਹ ਪ੍ਰੋਬਲਮ ਆ ਰਹੀ ਹੈ, ਜਾਂ ਤੁਸੀਂ ਅੱਗੇ ਆਹ ਚੀਜ਼ ਪੜ੍ਹਨਾ ਚਾਹੁੰਦੇ ਆ, ਜਾਂ ਹੋਰ ਵੀ ਕੋਈ XYZ ਕੋਈ ਵੀ ਦਿਮਾਗ 'ਚ ਕੁਐਰੀ ਹੈ, ਠੀਕ ਹੈ। ਆਪਦਾ ਵਹਿਮ ਤੁਸੀਂ ਕਦੋਂ ਮਰਜ਼ੀ ਦੂਰ ਕਰ ਸਕਦੇ ਹੋ, ਚੱਕਰ ਵਾਲੀ ਗੱਲ ਨਹੀਂ। ਇੱਥੇ ਆਪਣਾ ਆਊਟਪੁੱਟ ਘੱਟ ਨਿਕਲਦੀ ਹੈ। ਚਲੋ ਠੀਕ ਹੈ। ਕਮੈਂਟ ਤਾਂ ਪੜ੍ਹੇ ਨਹੀਂ ਜਾ ਰਹੇ, ਠੀਕ ਹੈ। ਇੰਗਲਿਸ਼ ਦੀ ਕਲਾਸ ਆਪਣੇ ਸਰ ਨਾ ਥੋੜੇ ਮਤਲਬ ਬਿਮਾਰ ਚੱਲ ਰਹੇ ਸੀਗੇ, ਉਹਨਾਂ ਨੂੰ ਲਾਸਟ ਵੀਕ ਫੂਡ ਪੁਆਇਜ਼ਨਿੰਗ ਹੋ ਗਈ ਸੀਗੀ, ਪਰ ਉਹ ਰਿਕਵਰੀ ਕਰ ਰਹੇ ਨੇ।
चलो ठीक है, एग्रीकल्चर भी हो जाएगा, सारा कुछ हो जाएगा भाई, सारा कुछ हो जाएगा, 55 आर्टिकल भी हो जाएगा यार, सारा कुछ हो जाएगा यार, क्या बात कर रहे हो आप लोग। चलो मैं चलता हूँ, ठीक है, मैं चलता हूँ, बाय। चलो बाय, चलो मानो ने कहता बाय, थैंक यू, चलो ठीक है फिर। हाँ रेट्स भी करांगे ਆਪਾਂ। हैबियस कॉर्पस की ਹੁੰਦੀ ਹੈ, ਮੈਂਡਮਸ ਕੀ ਹੁੰਦੀ ਹੈ। हैबियस कॉर्पस ਦਾ ਮਤਲਬ ਕੀ ਹੁੰਦਾ ਹੈ, ਟੂ ਹੈਵ ਦ ਬੋਡੀ। ਮੈਂਡਮਸ ਦਾ ਮਤਲਬ ਕੀ ਹੁੰਦਾ ਹੈ, ਟੂ ਕਮਾंड। कोआवरेंटो ਦਾ मतलब ਕੀ ਹੁੰਦਾ ਹੈ, बाय व्हाट अथॉरिटी। ये तीनों हम समझ लेंगे, कौन सी बड़ी बात है इसमें। मोर क्वेश्चंस, ठीक है तरुण कर दें, ठीक है कर दें, अरेंजमेंट कर दें। वो एमरजेंसी भी करांगे, एमरजेंसी पहुंचता जावा, दिखावा एमरजेंसी होने इन्हों मैं। जे वाइस प्रेसिडेंट आ देखो थले व्हाट्सएप ते मैसेज, तो हाँ देखो उपर ना व्हाट्सएप ते मैसेज आ भी रहे, थले आ चली जाते उपर वो करी जाते हैं। बस ठीक है, मैं जाना, मैं जाना, कल नूं मिलते हैं। नहीं नहीं, हैप्पी सैटरडे, हैप्पी संडे, आपां मिलते हैं मंडे नूं। हुण तक जिन्नियां क्लासां हो गईयां एक बार सारियां फेर दिओ, जम्मा पहली MCQ क्लास तो लैके 22वीं क्लास ते पहुंच गए आपां। हर क्लास च कोई ना कोई नवीं चीज सीखी होगी, घट्टो घट्ट 200-250 पॉइंट तो नवां याद करने वाला हो गया हो कि नहीं। वो 2 दिनों च प्रॉपर कर लियो रिवाइज, ठीक है। चलो फिर मिलते हैं आपां। अच्छा मंडे नूं की पढ़ के गए, ठीक है, मंडे नूं पढ़ के आउणा तुसीं पार्ट नंबर 5वां सारा तक पढ़ के आउणा, जिस अपनी पार्लीमेंट भी आ जाऊगी, अपना प्रधानमंत्री बारे, पार्लीमेंट बारे, बस तुसीं आ पढ़ के आउणा, ठीक है। पार्ट 5 तक पढ़ के आओ सारा ओवरऑल। दस देंगे, हरप्रीत अरोड़ा दस देंगे, ठीक है। चलो ठीक है यार, मिलते हैं फिर आप कल मिलते हैं। गुड नाइट, स्वीट ड्रीम्स, टेक केयर। खुशप्रीत कौर, अच्छा तुझे ठीक है, मैसेज जोड़ा ना साइंस की क्लास मैं दसदा, ठीक है, तुम कितने मिल सकती है, कि मिल सकती है, दस दें आप। चलो ठीक है, क्यूट, बाय, थैंक यू। मिस प्रिया, सिद्धू, मनु, हाँ मंडे मंडे लगू, ठीक है, मंडे 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 तक वधिया प्रॉपर कर लो रिवीजन। सर 11 का आंसर चेक करो, 11 का आंसर भी चेक कर लेने, चलो खड़े तो है, काहनूं जान देने हो तुसीं यार। कहते जो वाइस प्रेसिडेंट राष्ट्रपति बन जे उन्हें सैलरी कादी मिलूगी, राष्ट्रपति की मिलूगी। कर लिया चेक, जमा सही है, मैं तो चेक कर लिया, जमा सही है, सौं लगे। गुड नाइट, स्वीट ड्रीम, टेक केयर, GNSDTC, बस शॉर्टकट दबी चलो, शॉर्टकट तो जासून कंप्यूटर च करने पैणगे, ठीक है ना। चलो ऑल क्लियर, ठीक है ठीक है ठीक है, चलो ठीक है फिर मिलते हैं आप कल, ठीक है। सत श्री अकाल फिर सारिआं नूं।